कि बीजेपी एक पोलिटिकल कॉन्स्पिरेसी कर रही हैगी है, ਜਿਹੜੇ ਦਲ ਅਕਾਲੀ ਦਲ ਤੋਂ ਟੁੱਟ ਕੇ ਅਲੱਗ ਹੋ ਰਹੇ ਨੇ। ਬੀਜੇਪੀ ਚਾਹ ਰਹੀ ਹੈ ਕਿਤੇ ਕਿ ਇਹ ਸਾਡੀ ਝੋਲੀ 'ਚ ਪੈ ਜਾਣ। ਸਾਡਾ ਬਿਲਕੁਲ ਵਿਜ਼ਨ ਸਾਫ਼ ਹੈ, ਸਿੱਖ ਵਿਸ ਸਾਡੇ ਕੋਲ ਹੈਗੇ ਨੇ। ਹੁਣ ਜੇ ਟੁੱਟ ਰਹੇ ਨੇ ਅਕਾਲੀ ਦਲ ਤੋਂ ਦਲ, ਤੇ ਕਿਉਂ ਟੁੱਟ ਰਹੇ ਨੇ? ਕੁਝ ਐਸੇ ਕਾਂਡ ਹੋ ਗਏ ਨੇ ਜਿਨ੍ਹਾਂ ਕਰਕੇ ਅਕਾਲੀ ਦਲ ਕਮਜ਼ੋਰ ਹੋਇਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇੱਕ ਸਟੇਟਮੈਂਟ ਦਿੱਤੀ, ਔਰ ਬੜੀ ਹਾਰਡ ਹਿਟਿੰਗ ਸਟੇਟਮੈਂਟ ਹੈਗੀ। ਕੇਂਦਰ ਦੀਆਂ ਪੇਸ਼ਕਦਮੀਆਂ ਸਿੱਖਾਂ ਦੇ ਪ੍ਰਤੀ ਠੀਕ ਨਹੀਂ ਹੈਗੀਆਂ। ਰੋਂਗ ਫੈਕਟਸ ਤੇ ਕੋਈ ਬਿਆਨ ਕਰੇ, ਉਸ ਬਿਆਨ ਦਾ ਕੋਈ ਮਹੱਤਵ ਨਹੀਂ ਹੁੰਦਾ। ਅਗਰ ਕੋਈ WhatsApp ਦਾ ਮੈਸੇਜ ਵੀ ਅੱਗੇ ਫਾਰਵਰਡ ਕਰਦਾ ਤੇ ਉਹਦੇ ਉੱਤੇ UAPA ਵਰਗਾ ਇੰਨਾ ਸਖਤ ਕਾਨੂੰਨ ਲਾਇਆ ਜਾ ਰਿਹਾ, ਗ੍ਰਿਫਤਾਰੀਆਂ ਹੋ ਰਹੀਆਂ ਨੇ। ਕਿਆ ਕੋਈ ਤਾਕਤਾਂ ਇਸ ਦੇਸ਼ ਨੂੰ ਤੋੜਨ ਲਈ ਕੰਮ ਤਾਂ ਨਹੀਂ ਕਰ ਰਹੀਆਂ? ਕਿ ਜਿਸ ਤਰ੍ਹਾਂ ਦੇ ਨਾਲ ਨਵਜੋਤ ਕੌਰ ਸਿੱਧੂ ਦੀ ਇੱਕ ਸਟੇਟਮੈਂਟ ਆਈ ਹੈ, ਕਹਿੰਦੇ ਸਾਨੂੰ BJP ਤੋਂ ਕੋਈ ਪ੍ਰੋਬਲਮ ਨਹੀਂ ਹੈਗੀ ਸੀ। ਨਵਜੋਤ ਸਿੰਘ ਸਿੱਧੂ ਦੀਆਂ ਉਹ ਕੈਸਟਸ ਜਿਹੜੀਆਂ ਲੋਕਾਂ ਕੋਲ ਦਿਖਾਈਆਂ ਕਿ ਮੋਦੀ ਜੀ ਦੇ ਕਿਸ ਤਰ੍ਹਾਂ ਇਹ ਕਸੀਦੇ ਪੜ੍ਹੇ ਜਾਂਦੇ ਸੀ, ਤਾਂ ਉਹੀ ਗੱਲਾਂ ਉਹ ਸਰਦਾਰ ਮਨਮੋਹਨ ਸਿੰਘ ਵੇਲੇ ਕਹਿਣ ਲੱਗ ਗਏ। ਤੁਸੀਂ ਉਸ ਕਰੈਕਟਰ ਨੂੰ ਸਮਝ ਸਕਦੇ ਹੋ ਚੰਗੀ ਤਰ੍ਹਾਂ ਕਿ ਉਹਦੇ ਵਿੱਚ ਇਹ ਕਿਹਾ ਗਿਆ ਕਿ ਇੰਡੀਪੈਂਡੈਂਟਲੀ ਤਿਆਰੀ ਕੀਤੀ ਜਾ ਸਕਦੀ ਹੈ ਜਾਂ ਇੰਡੀਪੈਂਡੈਂਟਲੀ ਲੜਨ ਬਾਰੇ BJP ਸੋਚ ਸਕਦੀ ਹੈ ਕਿ ਹਰ ਬੂਥ ਜਿਹੜਾ ਹੈ ਉਹ ਸਟਰੋਂਗ ਹੋਣਾ ਚਾਹੀਦਾ। ਹਰ ਬੂਥ ਤੇ WhatsApp ਗਰੁੱਪ ਬਣਨੇ ਚਾਹੀਦੇ ਹੈ, ਹਰ ਬੂਥ ਤੇ ਟੀਮ ਬਣਨੀ ਚਾਹੀਦੀ ਹੈ। ਇਹ ਪੰਜਾਬ ਨਹੀਂ, ਸਾਰੇ ਦੇਸ਼ ਵਾਸਤੇ ਇੱਕ ਮੈਸੇਜ ਹੈ। ਨਮਸਕਾਰ, ਦੈਨਿਕ ਸਵੇਰਾ TV ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਪਮਿਲ ਪਾਟਿਆ। ਇਹਦੇ ਨਹੀਂ BJP ਦੇ ਉੱਤੇ ਕਈ ਸਾਰੇ ਸਵਾਲ ਚੁੱਕੇ ਜਾ ਰਹੇ ਨੇ। ਪੰਜਾਬ ਦੇ ਵਿੱਚੋਂ BJP ਤੇ ਇਹ ਵੀ ਸਵਾਲ ਉੱਠ ਰਹੇ ਨੇ ਕਿ ਮਾਈਨੋਰਿਟੀਜ਼ ਦੇ ਨਾਲ ਕੇਂਦਰ ਸਰਕਾਰ ਵੱਲੋਂ ਧੱਕੇ ਕੀਤੇ ਜਾ ਰਹੇ ਨੇ। BJP ਤੇ ਇਹ ਵੀ ਸਵਾਲ ਉੱਠ ਰਹੇ ਨੇ ਕਿ ਕਿਸਾਨ ਆਰਡੀਨੈਂਸ ਲਿਆ ਕੇ ਪੰਜਾਬ ਦੇ ਵਿੱਚੋਂ ਜਾਂ ਦੇਸ਼ ਭਰ ਦੇ ਵਿੱਚੋਂ ਮੰਡੀਆਂ ਨੂੰ ਖਤਮ ਕੀਤਾ ਜਾ ਰਿਹਾ, ਔਰ ਪੰਜਾਬ ਦੇ ਵਿੱਚ ਮੰਡੀਆਂ ਦੀ ਬਹੁਤ ਅਹਿਮ ਭੂਮਿਕਾ ਹੈਗੀ ਹੈ। ਸ਼੍ਰੋਮਣੀ ਅਕਾਲੀ ਦਲ ਔਰ BJP ਦਾ ਅਲਾਈਅੰਸ 2022 ਦੇ ਵਿੱਚ ਪਹਿਲਾਂ ਦੇ ਵਾਂਗ ਬਣਿਆ ਰਹੇਗਾ ਜਾਂ ਨਹੀਂ ਬਣਿਆ ਰਹੇਗਾ, ਇਸ ਬਾਰੇ ਵੀ ਕਈ ਸਾਰੇ ਸਵਾਲ ਸਿਆਸੀ ਪੰਡਤ ਚੁੱਕ ਰਹੇ ਨੇ। BJP ਦੇ ਲੀਡਰਾਂ ਨੂੰ ਸਮੇਂ-ਸਮੇਂ ਤੇ ਇਹ ਸਵਾਲ ਕੀਤੇ ਵੀ ਜਾਂਦੇ ਨੇ। ਅੱਜ ਸਾਡੇ ਨਾਲ BJP ਦੇ ਬੜੇ ਖਾਸ ਮਹਿਮਾਨ ਮੌਜੂਦ ਨੇ। BJP ਦੇ ਸਾਬਕਾ ਸਾਂਸਦ ਅਤੇ ਮੌਜੂਦਾ ਸਮੇਂ ਦੇ ਵਿੱਚ ਰਾਜਸਥਾਨ BJP ਦੇ ਪ੍ਰਭਾਰੀ ਅਵਿਨਾਸ਼ ਰਾਏ ਖੰਨਾ, ਉਹਨਾਂ ਤੋਂ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲਵਾਂਗੇ ਕਿ ਆਖਿਰ 2022 ਨੂੰ ਲੈ ਕੇ BJP ਦੀ ਪਲੈਨਿੰਗ ਕੀ ਹੈਗੀ, ਔਰ ਜਿਹੜੇ ਸਵਾਲ BJP ਤੇ ਉੱਠ ਰਹੇ ਨੇ ਮਾਈਨੋਰਿਟੀਜ਼ ਨੂੰ ਲੈ ਕੇ, ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਰਗੇ ਵੱਡੀ ਸ਼ਖਸੀਅਤ ਵੱਲੋਂ ਵੀ ਚੁੱਕੇ ਗਏ ਨੇ, ਉਹਨਾਂ ਨੂੰ ਲੈ ਕੇ BJP ਕੀ ਸੋਚਦੀ ਹੈ ਔਰ ਕਿਸ ਤਰ੍ਹਾਂ ਲੋਕਾਂ ਨੂੰ ਕਨਵਿੰਸ ਕਰੇਗੀ ਇਹਨਾਂ ਸਵਾਲਾਂ ਨੂੰ ਲੈ ਕੇ। ਖੰਨਾ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਦੈਨਿਕ ਸਵੇਰਾ ਤੇ। ਸਾਰੇ ਦਰਸ਼ਕਾਂ ਨੂੰ ਮੇਰਾ ਨਮਸਕਾਰ। ਖੰਨਾ ਸਾਹਿਬ, ਜਿਸ ਤੋਂ ਪਹਿਲਾਂ ਜਿਹੜੀ ਆਪਾਂ ਸਭ ਤੋਂ ਪਹਿਲਾਂ ਗੱਲ ਕੀਤੀ ਹੈਗੀ ਆ ਅਲਾਈਅੰਸ ਨੂੰ ਲੈ ਕੇ, ਦੁਬਾਰਾ ਤੋਂ ਬੜੀ ਚਰਚਾ ਹੈਗੀ ਹੈ ਕਿ ਅਲਾਈਅੰਸ ਰਹੇਗਾ ਜਾਂ ਨਹੀਂ ਰਹੇਗਾ। ਮੈਂ ਤੁਹਾਡੇ ਤੋਂ ਇੱਕ ਸਿੱਧਾ ਕਮੈਂਟ ਇਸ ਚੀਜ਼ ਦੇ ਉੱਤੇ ਚਾਹਨਾ, ਥੋੜੀ ਉਹਦੀ ਬੈਕਗਰਾਊਂਡ ਦੇ ਨਾਲ। ਜੋ ਕੁਝ ਹਰਿਆਣੇ ਦੇ ਵਿੱਚ ਹੋਇਆ ਪਿਛਲੇ ਸਮੇਂ ਦੌਰਾਨ, ਉਹ ਕਿਹਾ ਜਾਂਦਾ ਰਿਹਾ ਕਿ ਹਰਿਆਣੇ ਦੇ ਵਿੱਚ BJP ਨੂੰ ਅਕਾਲੀ ਦਲ ਨੇ ਡਿਚ ਕੀਤਾ, ਉਹਨਾਂ ਦੇ ਅਗੇਂਸਟ ਚੋਣ ਲੜ ਕੇ, ਵਿਧਾਨ ਸਭਾ ਵੀ ਤੇ ਲੋਕ ਸਭਾ ਵੀ। ਔਰ ਹੁਣ ਜਦੋਂ ਪੰਜਾਬ ਦੇ ਵਿੱਚ ਮਾਹੌਲ ਭਖਣ ਲੱਗਾ ਹੈ ਤੇ ਇਹ ਕਹਿ ਰਿਹਾ ਕਿ ਸ਼ਾਇਦ BJP ਜਿਹੜੀ ਆਪਦੀ ਪੁਰਾਣੀ ਕਿੜ ਹੈਗੀ ਆ ਉਹ ਕੱਢ ਸਕਦੀ ਹੈ, ਕਿਉਂਕਿ ਅਕਾਲੀ ਦਲ ਇੱਕ ਵੱਖਰੇ ਪੋਲੀਟੀਕਲ ਸੰਕਟ ਦੇ ਵਿੱਚ ਵੀ ਫਸਦਾ ਨਜ਼ਰ ਆ ਰਿਹਾ, ਜਿਹੜੀ ਉਹਨਾਂ ਦੀ ਆਪਦੀ ਪੰਥਕ ਗਰਾਊਂਡ ਹੈਗੀ ਹੈ। ਤੁਸੀਂ ਇਸ ਸਿਚੁਏਸ਼ਨ ਨੂੰ ਕਿਸ ਤਰ੍ਹਾਂ ਦੇ ਨਾਲ ਅਸੈਸ ਕਰ ਰਹੇ ਹੋ? ਕਿਸ ਪਾਸੇ ਨੂੰ ਇਹ ਜਾ ਸਕਦੀ ਹੈ? ਪਾਟਿਆ ਜੀ, ਸਭ ਤੋਂ ਪਹਿਲਾਂ ਮੈਂ ਦੇਖ ਰਿਹਾ ਕਿ ਕਾਫੀ ਕੁਐਸਚਨ ਤੁਸੀਂ ਇੱਕ ਸਵਾਲ ਦੇ ਵਿੱਚ ਪੁੱਛ ਲਏ ਨੇ, ਇਸ ਕਰਕੇ ਮੈਂ ਹਰ ਗੱਲ ਦਾ ਜਵਾਬ ਵਿਸਤਾਰ ਨਾਲ ਦੇਣ ਦੀ ਕੋਸ਼ਿਸ਼ ਕਰਾਂਗਾ। ਜਿੱਥੇ ਤੱਕ ਗਠਬੰਧਨ ਦਾ ਸਵਾਲ ਹੈ, ਪੰਜਾਬ ਦੀ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ। ਕਿਉਂ ਲੋੜ ਹੈ? ਇਹ ਗਠਬੰਧਨ ਇਕੱਲਾ ਰਾਜਨੀਤਿਕ ਗਠਬੰਧਨ ਨਹੀਂ, ਇਹ ਸਮਾਜਿਕ ਗਠਬੰਧਨ ਵੀ ਹੈ ਤੇ ਧਾਰਮਿਕ ਗਠਬੰਧਨ ਵੀ ਹੈ। ਇਹ ਪੰਜਾਬੀਅਤ ਨੂੰ ਕਾਇਮ ਰੱਖਣ ਵਾਲਾ ਗਠਬੰਧਨ ਹੈ। ਪੰਜਾਬ ਇੱਕ ਬਾਰਡਰ ਸਟੇਟ ਹੈ। ਇਹ ਇੱਕ ਹਿੰਦੂ ਸਿੱਖ ਭਾਈਚਾਰਾ ਇਕੱਠਾ ਦਿਖੇ, ਕੰਮ ਕਰੇ, ਉਹਦੇ ਲਈ ਵੀ ਇਹ ਗਠਬੰਧਨ ਜਿਹੜਾ ਹੈ ਇਹ ਮਜ਼ਬੂਤ ਹੋਵੇਗਾ ਤਾਂ ਪੰਜਾਬ ਦਾ ਬਹੁਤ ਵੱਡਾ ਭਲਾ ਹੋਣ ਵਾਲਾ ਹੈ। ਜਿੰਨਾ ਦੇਰ ਦਾ ਗਠਬੰਧਨ ਚੱਲ ਰਿਹਾ, ਅਸੀਂ ਬਿਨਾਂ ਕਿਸੇ ਭੇਦਭਾਵ ਤੋਂ, ਬਿਨਾਂ ਕਿਸੇ ਮਤਭੇਦ ਤੋਂ ਇਸ ਗਠਬੰਧਨ ਦੀਆਂ ਸਰਕਾਰਾਂ ਵੀ ਚਲਾਈਆਂ ਔਰ ਪੰਜਾਬ ਨੂੰ ਅੱਛੇ ਰਿਜ਼ਲਟ ਵੀ ਦਿੱਤੇ ਆ। ਇਸ ਕਰਕੇ ਜਿਹੜੇ ਲੋਕ ਇਹ ਕਿਆਸ ਲਾ ਰਹੇ ਨੇ ਕਿ ਸ਼ਾਇਦ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਬੰਧਨ ਜਿਹੜਾ ਹੈ ਉਹ ਟੁੱਟ ਜਾਏਗਾ, ਉਹਨਾਂ ਦਾ ਇੱਕ ਉਹ ਸੁਪਨਾ ਹੈ, ਜਿਹੜੇ ਕਹਿੰਦੇ ਨੇ ਮੁਗੇਰੀ ਲਾਲ ਦੇ ਸੁਪਨੇ ਲੈ ਰਹੇ ਨੇ, ਉਹ ਸੁਪਨੇ ਲੈ ਰਹੇ ਨੇ। ਅਸੀਂ ਸਰਕਾਰ ਬਣਾਉਣੀ ਹੈ, ਦੋਨਾਂ ਨੇ ਇਕੱਠੇ ਬਣਾਉਣੀ ਹੈ। ਉਹਦਾ ਫਾਰਮੂਲਾ ਕੀ ਹੋਏਗਾ, ਸੀਟਾਂ ਕੀ ਹੋਣਗੀਆਂ, ਇਹਦਾ ਫੈਸਲਾ ਆਉਣ ਵਾਲੇ ਸਮੇਂ 'ਚ ਕੀਤਾ ਜਾਏਗਾ। ਦੂਸਰਾ ਤੁਸੀਂ ਸਵਾਲ ਕੀਤਾ ਕਿ ਕੁਝ ਲੋਕਾਂ ਨੇ
ਬੀਜੇਪੀ ਦੀ ਸਿਫਤ ਕੀਤੀ ਤੇ ਅਕਾਲੀ ਦਲ ਨੂੰ ਕੰਡੈਮ ਕੀਤਾ ਹੈ। ਮੈਂ ਉਸ ਚੀਜ਼ ਤੇ ਦੁਬਾਰਾ ਤੁਹਾਡੇ ਕੋਲ ਅਗਲਾ ਸਵਾਲ ਉਹ ਲਵਾਂਗਾ, ਪਰ ਖੰਨਾ ਸਾਹਿਬ ਸਭ ਤੋਂ ਪਹਿਲਾਂ ਮੈਂ ਇਹ ਜਿਹੜਾ ਅਸੀਂ ਅਲਾਈਅੰਸ ਤੇ ਗੱਲਬਾਤ ਕਰ ਰਹੇ ਹਾਂ ਉਹਨੂੰ ਲੈ ਕੇ ਮੈਂ ਇਹ ਜਾਣਨਾ ਚਾਹੁੰਦਾ ਤੁਹਾਡੇ ਤੋਂ ਕਿ ਜਿਹੜਾ ਮੈਂ ਗੱਲ ਕਹੀ ਹੈ, ਰੈਫਰੈਂਸ ਦਿੱਤਾ ਕਿ ਹਰਿਆਣੇ ਦੇ ਵਿੱਚ ਇਹ ਕਿਹਾ ਜਾਣ ਲੱਗਾ ਕਿ ਅਕਾਲੀ ਦਲ ਨੇ ਡਿਚ ਕਰਤਾ ਬੀਜੇਪੀ ਨੂੰ। ਦਿੱਲੀ ਇਲੈਕਸ਼ਨ ਹੁੰਦੀ ਹੈ, ਦਿੱਲੀ ਦੇ ਵਿੱਚ ਵੀ ਅਕਾਲੀ ਦਲ ਜਦੋਂ ਸੀਟਾਂ ਮੰਗਦਾ ਨਹੀਂ ਮਿਲਦੀਆਂ, ਉਸ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਅਨਾਉਂਸ ਵੀ ਕਰ ਦਿੰਦੇ ਨੇ ਆਫੀਸ਼ੀਅਲੀ ਕਿ ਇੰਡੀਪੈਂਡੈਂਟਲੀ ਅਕਾਲੀ ਦਲ ਲੜ ਸਕਦਾ। ਉਸ ਤੋਂ ਬਾਅਦ ਵੀ ਕਿਹਾ ਜਾਂਦਾ ਕਿ ਬੀਜੇਪੀ ਨੇ ਘੂਰੀ ਵੱਟੀ, ਅਕਾਲੀ ਦਲ ਵਾਪਸ ਆ ਗਿਆ। ਤੇ ਹੁਣ ਜਦੋਂ ਗੱਲ ਇੱਥੋਂ ਤੱਕ ਆ ਚੁੱਕੀ ਹੈ ਤੇ ਫਿਰ ਇਹਨੂੰ ਕਿਸ ਤਰ੍ਹਾਂ ਮੰਨਿਆ ਜਾਏ ਕਿ ਇਹ ਜਿਹੜਾ ਕਿਹਾ ਜਾਂਦਾ ਸੀ ਪੰਜਾਬ ਦੇ ਵਿੱਚ 9 ਮਾਸ ਦਾ ਰਿਸ਼ਤਾ, ਇਹ 9 ਮਾਸ ਦਾ ਰਿਸ਼ਤਾ ਹੈ ਕਿ ਪੋਲਿਟਿਕਸ ਆਫ ਕਨਵੀਨੀਅੰਸ ਹੈ? ਤੁਸੀਂ ਆਪੇ ਸ਼ਬਦ ਯੂਜ਼ ਕੀਤਾ ਕਿ ਪੰਜਾਬ 'ਚ ਕਿਹਾ ਜਾਂਦਾ ਸੀ ਕਿ 9 ਮਾਸ ਦਾ ਰਿਸ਼ਤਾ ਹੈ। ਕਿਹਾ ਜਾਂਦਾ ਸੀ, ਠੀਕ ਹੈ ਨਾ, ਤੇ ਇਹ 9 ਮਾਸ ਦਾ ਰਿਸ਼ਤਾ ਹੈ। ਉਹਦਾ ਕਾਰਨ ਕੀ ਹੈ? ਅਸੀਂ ਹੈ ਨੈਸ਼ਨਲ ਪਾਰਟੀ ਤੇ ਅਕਾਲੀ ਦਲ ਹੈ ਇੱਕ ਰੀਜਨਲ ਪਾਰਟੀ। ਸਾਡਾ ਅਲਾਈਅੰਸ ਜਿਹੜਾ ਹੈ ਉਹ ਅਕਾਲੀ ਦਲ ਨਾਲ ਪੰਜਾਬ ਦਾ ਅਲਾਈਅੰਸ ਹੈ। ਬਾਕੀ ਜਗ੍ਹਾ ਅਕਾਲੀ ਦਲ ਜਿੱਥੇ ਉਹਨਾਂ ਦਾ ਕਿਤੇ ਥੋੜਾ ਮੋਟਾ ਬੇਸ ਹੈ, ਉੱਥੇ ਉਹ ਇੱਕ ਡਿਊਟੀ ਸਮਝਦੇ ਹੋਏ ਆਪਣੀ ਸਪੋਰਟ ਕਰਦਾ। ਜਿਹੜਾ ਹਰਿਆਣਾ ਦਾ ਇਨਸੀਡੈਂਟ ਹੈ ਇੱਕ ਸਟ੍ਰੇ ਇਨਸੀਡੈਂਟ ਹੈ, ਇਹਦਾ ਕੋਈ ਵੀ ਇਸ ਗਠਬੰਧਨ ਤੇ ਕੋਈ ਇੰਪੈਕਟ ਨਹੀਂ ਹੈ। ਔਰ ਦਿੱਲੀ ਦਾ ਇਨਸੀਡੈਂਟ ਡੈਫੀਨਿਟਲੀ ਉਹ ਤਾਂ ਰਿਜ਼ੋਲਵ ਹੋ ਹੀ ਗਿਆ ਸੀ। ਸਿਰਸਾ ਜੀ ਨੇ ਚੁਣਾਵ ਲੜ ਲਿਆ, ਸਾਡੀ ਟਿਕਟ ਦਿਲਾ ਗਿਆ, ਜੋ ਪਹਿਲਾ ਫਾਰਮੂਲਾ ਸੀ ਉਸੇ ਫਾਰਮੂਲੇ 'ਚ ਚੁਣਾਵ ਲੜੇ ਨੇ। ਪਰ ਪੰਜਾਬ ਦੇ ਵਿੱਚ ਬੀਜੇਪੀ ਦੇ ਲੀਡਰ ਜਿਹੜੇ ਸੀਨੀਅਰ ਲੀਡਰ ਹੈਗੇ, ਮਦਮੋਹਨ ਮਿੱਤਲ ਵਰਗੇ ਲੀਡਰ ਹੈਗੇ, ਉਹ ਕਹਿੰਦੇ 50-50 ਇਸ ਵਾਰੀ ਹੋਏਗਾ। ਮਤਲਬ ਉਹ ਵੀ ਸਭ ਤੋਂ ਸੀਨੀਅਰ ਲੀਡਰ ਨੇ ਪੰਜਾਬ ਬੀਜੇਪੀ ਦੇ, ਉਹ ਆਫੀਸ਼ੀਅਲੀ ਇਹ ਸਟੇਟਮੈਂਟ ਦਿੰਦੇ ਨੇ ਕਿ 50-50 ਹੋ ਸਕਦਾ ਜਾਂ ਉਸ ਤੋਂ ਇਲਾਵਾ ਵੀ ਹੋ ਸਕਦਾ। ਚਰਚਾਵਾਂ ਵੀ ਨਿਕਲ ਕੇ ਆਈਆਂ ਕਿ ਪਿਛਲੇ ਦਿਨਾਂ ਦੌਰਾਨ ਜਿਹੜੀ ਜੇਪੀ ਨੱਡਾ ਸਾਹਿਬ ਨੇ ਇੱਕ ਮੀਟਿੰਗ ਕੀਤੀ ਹੈਗੀ ਆਪਣੇ ਵਰਕਰਸ ਦੇ ਨਾਲ, ਉਹਦੇ ਵਿੱਚ ਇਹ ਵੀ ਚਰਚਾਵਾਂ ਰਹੀਆਂ, ਨਿਕਲ ਕੇ ਆਈ ਜਾਣਕਾਰੀ ਕਿ ਉਹਦੇ ਵਿੱਚ ਇਹ ਕਿਹਾ ਗਿਆ ਕਿ ਇੰਡੀਪੈਂਡੈਂਟਲੀ ਤਿਆਰੀ ਕੀਤੀ ਜਾ ਸਕਦੀ ਹੈ ਜਾਂ ਇੰਡੀਪੈਂਡੈਂਟਲੀ ਲੜਨ ਬਾਰੇ ਬੀਜੇਪੀ ਸੋਚ ਸਕਦੀ ਹੈ, ਬੂਥ ਪੱਧਰ ਤੱਕ ਤਿਆਰੀ ਹੋਣੀ ਚਾਹੀਦੀ ਹੈ। ਅਸੀਂ ਨੈਸ਼ਨਲ ਪਾਰਟੀ ਹਾਂ ਔਰ ਸਾਡਾ ਨੈਸ਼ਨਲ ਪਾਰਟੀ ਦਾ ਨੈਸ਼ਨਲ ਏਜੰਡਾ ਆ ਕਿ ਹਰ ਬੂਥ ਜਿਹੜਾ ਹੈ ਉਹ ਸਟਰੋਂਗ ਹੋਣਾ ਚਾਹੀਦਾ। ਹਰ ਬੂਥ ਤੇ WhatsApp ਗਰੁੱਪ ਬਣਨੇ ਚਾਹੀਦੇ ਹੈ, ਹਰ ਬੂਥ ਤੇ ਟੀਮ ਬਣਨੀ ਚਾਹੀਦੀ ਹੈ। ਇਹ ਪੰਜਾਬ ਨਹੀਂ ਸਾਰੇ ਦੇਸ਼ ਵਾਸਤੇ ਇੱਕ ਮੈਸੇਜ ਹੈ। ਇਹ ਜਦੋਂ ਮੰਨ ਲਓ ਅਸੀਂ ਸਟਰੋਂਗ ਹੁੰਨੇ ਆ ਤਾਂ ਨਾਲ ਨਾਲ ਸਾਡਾ ਅਲਾਈਅੰਸ ਵੀ ਸਟਰੋਂਗ ਹੁੰਦਾ। ਬਾਕੀ ਸਾਡੇ ਨੇਤਾਵਾਂ ਦੇ ਬਿਆਨ ਦੀ ਗੱਲ ਹੈ, ਇਹ ਅਲਾਈਅੰਸ ਦਾ ਮਤਲਬ ਕੀ ਹੁੰਦਾ ਕਿ ਦੋ ਪਾਰਟੀਆਂ ਇਕੱਠੇ ਮਿਲ ਕੇ ਚੁਣਾਵ ਲੜਦੀਆਂ। ਅਲਾਈਅੰਸ ਦਾ ਮਤਲਬ ਕੀ ਹੁੰਦਾ? ਦੋਨੇ ਪਾਰਟੀਆਂ ਸੀਟ ਸ਼ੇਅਰਿੰਗ ਕਰਦੀਆਂ। ਇਹ ਕਿੰਨੀਆਂ ਸੀਟਾਂ ਕਿਹਨੇ ਲੜਨੀਆਂ, ਵਧਣੀਆਂ, ਘਟਣੀਆਂ, ਕਿਆ ਹੋਣਾ, ਇਹਦੇ ਲਈ ਜਿਹੜਾ ਹੈ ਉਹ ਜਦੋਂ ਅਲਾਈਅੰਸ ਦਾ ਮੀਟਿੰਗਸ ਹੋਣਗੀਆਂ ਇਲੈਕਸ਼ਨ ਦੇ ਨੇੜੇ ਜਾ ਕੇ ਇਹ ਗੱਲਾਂ ਦੇ ਫੈਸਲੇ ਹੁੰਦੇ ਨੇ। ਤੁਹਾਨੂੰ ਲੱਗਦਾ ਕਿ ਮਦਨ ਮੋਹਨ ਮਿੱਤਲ ਪ੍ਰੀਮੈਚੁਰ ਸਟੇਟਮੈਂਟ ਦੇ ਰਿਹਾ? ਦੇਖिए ਉਹ ਆਪਣਾ ਵਿਚਾਰ ਹੈ। ਪਾਰਟੀ ਦਾ ਵਿਚਾਰ ਜਿਹੜਾ ਹੈ, ਮੇਰਾ ਆਪਣਾ ਵਿਚਾਰ ਜਿਹੜਾ ਹੈ ਉਹ ਇਹ ਹੈ ਕਿ ਜਦੋਂ ਅਲਾਈਅੰਸ ਆਪਸ ਵਿੱਚ ਬੈਠ ਕੇ ਚੁਣਾਵ ਲੜਦਾ ਉਸ ਵੇਲੇ ਤੈਅ ਕਰਦਾ ਕਿ ਵਿਨੇਬਿਲਿਟੀ ਹਮੇਸ਼ਾ ਕ੍ਰਾਈਟੇਰੀਆ ਹੁੰਦਾ, ਕਿਹੜੀਆਂ ਸੀਟਾਂ ਅਸੀਂ ਜਿੱਤ ਸਕਦੇ ਹਾਂ, ਕਿਹੜੀਆਂ ਅਕਾਲੀ ਦਲ ਜਿੱਤ ਸਕਦਾ। ਉਹ ਸੀਟਾਂ ਉੱਤੇ ਵਿਚਾਰ ਕਰਨ ਤੋਂ ਬਾਅਦ ਫਿਰ ਜਾ ਕੇ ਅਲਾਈਅੰਸ ਹੁੰਦਾ। ਪਰ ਖੰਨਾ ਸਾਹਿਬ, ਇਹ ਬੜਾ ਮੈਨੂੰ ਪੰਜਾਬ ਦੇ ਸੰਦਰਭ ਦੇ ਵਿੱਚ, ਮਾਫ ਕਰਨਾ ਮੈਂ ਤੁਹਾਨੂੰ ਟੋਕ ਰਿਹਾ, ਇਹਦਾ ਤੁਸੀਂ ਜਵਾਬ ਨਾਲ ਦੇ ਦਿਓ। ਇਹ ਹੈਗਾ ਵੀ ਬੀਜੇਪੀ ਬੜੀ ਦੇਰ ਤੋਂ ਬੀਜੇਪੀ ਦੀ ਖੁਆਇਸ਼ ਸੀਗੀ, ਪੰਜਾਬ ਬੀਜੇਪੀ ਦੀ, ਕਿ ਮਾਲਵੇ 'ਚ ਐਕਸਪੈਂਸ਼ਨ ਕੀਤਾ ਜਾ ਸਕੇ। ਮਾਲਵੇ ਦੇ ਵਿੱਚੋਂ ਜੜ੍ਹਾਂ ਨਹੀਂ ਲੱਗ ਪਾਈਆਂ ਬੀਜੇਪੀ ਦੀਆਂ। ਹੁਣ ਇਹ ਵੀ ਹੈਗਾ ਕਿ ਬੀਜੇਪੀ ਦੀ ਜਿਹੜੀ ਮਨਸ਼ਾ ਰੁਕੀ ਹੋਈ ਸੀਗੀ, ਮੇਬੀ 2022 ਦੇ ਵਿੱਚੋਂ ਚਾਹੇਗੀ ਕਿ ਉੱਥੇ ਵੀ ਪੈਰ ਲੱਗਣ। ਪਹਿਲਾਂ ਮੈਂ ਪਿਛਲਾ ਸਵਾਲ ਕੰਪਲੀਟ ਕਰ ਲਾਂ। ਮੇਰਾ ਖਿਆਲ ਹੈ ਜਦੋਂ ਇਹ ਇਲੈਕਸ਼ਨ ਹੁੰਦਾ ਉਦੋਂ ਇਹ ਮੀਡੀਆ ਜਾਂ ਬਾਕੀ ਲੋਕ ਇਹ ਇੱਕ ਹਵਾ ਬਣਾਉਣ ਦੀ ਕੋਸ਼ਿਸ਼ ਕਰਦੇ ਵੀ ਇਸ ਵਾਰ ਅਲਾਈਅੰਸ ਗਿਆ, ਸੀਟਾਂ ਵੱਧ ਗਈਆਂ, ਸੀਟਾਂ ਘਟ ਗਈਆਂ, ਲੇਕਿਨ ਹੁੰਦਾ ਉਹੀ ਹੈ ਜੋ ਦੋ ਪਾਰਟੀਆਂ ਚਾਹੁੰਦੀਆਂ ਨੇ। ਫਿਰ ਉਹੀ ਗੱਲ 9 ਮਾਸ ਦਾ ਰਿਸ਼ਤਾ ਉਹ ਕਾਇਮ ਰਹੇਗਾ। ਦੂਸਰੀ ਗੱਲ ਤੁਸੀਂ ਜਿਹੜਾ ਕੁਐਸਚਨ ਮੈਨੂੰ ਪੁੱਛਿਆ ਰਿਪੀਟ ਕਰਨਾ ਜਰਾ। ਮਾਲਵੇ ਦੇ ਵਿੱਚ ਜਿਹੜਾ ਬੀਜੇਪੀ ਆਧਾਰ ਬਣਾਉਣਾ ਚਾਹੁੰਦੀ ਹੈ ਜਾਂ ਰੂਰਲ ਬੈਲਟ ਦੇ ਵਿੱਚ? ਦੇਖੋ ਬੀਜੇਪੀ ਦਾ ਆਧਾਰ ਮਾਲਵੇ 'ਚ ਵੀ ਹੈ, ਦੁਆਬੇ 'ਚ ਵੀ, ਮਾਝੇ 'ਚ ਵੀ ਹੈ। ਬੀਜੇਪੀ ਜਿੰਨੇ ਡਿਸਟ੍ਰਿਕਟ ਨੇ, ਸਾਡੇ ਮੰਡਲ ਨੇ, ਸਾਡੇ ਬੂਥ ਨੇ, ਉਹਨਾਂ ਤੱਕ ਅਸੀਂ ਆਪਣਾ ਬੇਸ ਜਿਹੜਾ ਹੈ ਆਲਰੇਡੀ ਬਣਾ ਚੁੱਕੇ ਹਾਂ। ਔਰ ਸਾਡੇ ਅਲੱਗ-ਅਲੱਗ ਮੋਰਚੇ ਨੇ, ਚਾਹੇ ਉਹ SC ਮੋਰਚਾ ਹੈ, ਚਾਹੇ ਕਿਸਾਨ ਮੋਰਚਾ ਹੈ, ਚਾਹੇ ਮਹਿਲਾ ਮੋਰਚਾ ਹੈ, ਚਾਹੇ ਯੁਵਾ ਮੋਰਚਾ ਹੈ, ਚਾਹੇ ਬੈਕਵਰਡ ਕਲਾਸ ਮੋਰਚਾ ਹੈ, ਹਰ ਕਲਾਸ ਦੇ ਵਿੱਚ ਬੀਜੇਪੀ ਜਾ ਚੁੱਕੀ ਹੈ। ਅੱਜ ਭਾਰਤੀ ਜਨਤਾ ਪਾਰਟੀ ਸਰਵਸਪਰਸ਼ੀ ਪਾਰਟੀ ਬਣ ਚੁੱਕੀ ਹੈ। ਇਹ ਹਰ ਜਗ੍ਹਾ ਆ, ਉਹ ਹਰ ਵਰਗ 'ਚ ਹੈ। ਇਸ ਕਰਕੇ ਬੀਜੇਪੀ ਨੂੰ ਅਸੀਂ ਕੋਈ ਛੋਟੀ ਪਾਰਟੀ ਪੰਜਾਬ 'ਚ ਨਹੀਂ ਸਮਝ ਸਕਦੇ। ਸਾਡਾ ਉਹੀ ਰੋਲ ਹੈ ਜੋ ਰੋਲ ਇੱਕ ਪੋਲੀਟੀਕਲ ਪਾਰਟੀ ਦਾ ਹੁੰਦਾ। ਉਹ ਇਸ਼ੂਜ਼ ਦੀ ਗੱਲ ਕਰੀਏ ਜਾਂ ਅਸੀਂ ਆਪਣੇ ਵਿਸਤਾਰ ਦੀ ਗੱਲ ਕਰੀਏ। ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਟੁੱਟ ਕੇ ਜਿਹੜੇ ਨਵੇਂ ਅਕਾਲੀ ਦਲ ਬਣ ਰਹੇ ਨੇ, ਅਕਾਲੀ ਦਲ ਟਕਸਾਲੀ ਬਣਿਆ, ਬ੍ਰਹਮਪੁਰਾ ਹੁਣਾਂ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਡੈਮੋਕ੍ਰੈਟਿਕ ਬਣਿਆ, ਸੁਖਦੇਵ ਸਿੰਘ ਢੀਂਡਸਾ ਹੁਣਾਂ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਦੇ ਵੱਡੇ ਲੀਡਰਾਂ ਦੀ ਅਗਵਾਈ ਸੀਗੀ ਦੋਵਾਂ ਪਾਰਟੀਆਂ ਨੂੰ।
ਹੁਣ ਇਹ ਵੀ ਕਿਹਾ ਜਾਣ ਲੱਗ ਪਿਆ ਹੈਗਾ ਪੰਜਾਬ ਦੇ ਵਿੱਚ ਕਿ ਇਹਨਾਂ ਟਕਸਾਲੀ ਲੀਡਰਾਂ ਦੇ ਉੱਤੇ, ਇਹਨਾਂ ਟਕਸਾਲੀ ਲੀਡਰਾਂ ਦੇ ਪਿੱਛੇ ਬੀਜੇਪੀ ਦੀ ਨਜ਼ਰ ਹੈਗੀ ਹੈ। ਸ਼ਾਇਦ ਬੀਜੇਪੀ ਕੋ ਜਿਹੜਾ ਆਪਣਾ ਕ੍ਰਾਈਸਿਸ ਹੈਗਾ ਕਿ ਵੱਡੇ ਸਿੱਖ ਫੇਸਿਸ ਨਹੀਂ ਹੈਗੇ ਪੰਜਾਬ ਦੇ ਵਿੱਚ, ਉਹ ਇਹਨਾਂ ਦੇ ਵਿੱਚੋਂ ਕਿਤੇ ਆਪਣੀ ਸੰਭਾਵਨਾ ਤਲਾਸ਼ ਕਰ ਰਹੀ ਹੈ। ਪਾਰਟੀ ਦਾ ਕਦੀ ਵੀ ਇਹ ਏਜੰਡਾ ਨਹੀਂ ਰਿਹਾ, ਨਾ ਪਾਲਿਸੀ ਰਹੀ ਹੈ ਕਿ ਅਸੀਂ ਆਪਣੇ ਅਲਾਈਅੰਸ ਨੂੰ ਕਮਜ਼ੋਰ ਕਰਕੇ ਅਸੀਂ ਅੱਗੇ ਵਧੀਏ। ਹਮੇਸ਼ਾ ਅਲਾਈਅੰਸ ਨੂੰ ਨਾਲ ਲੈ ਕੇ ਚੱਲੇ ਆ, ਅਲਾਈਅੰਸ ਦੀ ਰਿਸਪੈਕਟ ਕੀਤੀ ਹੈ। ਅਲਾਈਅੰਸ ਅਸੀਂ ਅੱਜ ਤੋਂ ਨਹੀਂ, ਅਟਲ ਬਿਹਾਰੀ ਵਾਜਪੇਈ ਦੇ ਸਮੇਂ ਵੀ ਇੱਕ ਸਭ ਤੋਂ ਪਹਿਲੀ ਜਿਹੜੀ ਸੀ ਸਰਕਾਰ, ਅਸੀਂ ਵਧੀਆ ਸਰਕਾਰ ਚਲਾ ਕੇ ਦੇਖੀ ਹੈ। 36 ਪਾਰਟੀਆਂ ਨੂੰ ਨਾਲ ਲੈ ਕੇ ਸਰਕਾਰ ਚਲਾ ਕੇ ਦੱਸੀ ਹੈ। ਅਲਾਈਅੰਸ ਦਾ ਮਾਨ ਸਨਮਾਨ ਜਿਹੜਾ ਹੁੰਦਾ ਆ ਉਹ ਆਪਣਾ ਹੀ ਮਾਨ ਸਨਮਾਨ ਹੁੰਦਾ ਹੈ। ਇਸ ਕਰਕੇ ਇਹ ਗੱਲ ਕਹਿਣੀ ਕਿ ਅਸੀਂ ਸ਼ਾਇਦ ਅਕਾਲੀ ਦਲ ਨੂੰ 2 ਕਰਤੇ 3 ਕਰਤੇ, ਇਹ ਬਿਲਕੁਲ ਇਹ 'ਚ ਸੱਚਾਈ ਨਹੀਂ, ਨਾ ਹੀ ਸਾਡੀ ਕੋਈ ਮਨਸ਼ਾ ਆ। ਅਕਾਲੀ ਦਲ ਵੀ ਮਜ਼ਬੂਤ ਹੋਏਗਾ, ਅਸੀਂ ਮਜ਼ਬੂਤ ਹੋਵਾਂਗੇ ਤਾਂ ਹੀ ਪੰਜਾਬ ਮਜ਼ਬੂਤ ਹੋਏਗਾ। ਪਰ ਖੰਨਾ ਸਾਹਿਬ, ਤੁਸੀਂ ਅਟਲ ਬਿਹਾਰੀ ਵਾਜਪੇਈ ਜੀ ਦਾ ਜ਼ਿਕਰ ਕੀਤਾ। ਅਟਲ ਬਿਹਾਰੀ ਵਾਜਪੇਈ ਨੇ ਕਿਹਾ ਸੀ ਕਿ ਮਾਨਾ ਅੰਧੇਰਾ ਗਨਾ ਹੈ ਪਰ ਦੀਆ ਜਲਾਣਾ ਕਹਾਂ ਮਨਾ ਹੈ। ਤੁਹਾਨੂੰ ਲੱਗਦਾ ਨਹੀਂ ਕਿ ਬੀਜੇਪੀ ਕੋ ਜਿਹੜਾ ਘੱਟ ਸੀਟਾਂ ਦਾ ਕ੍ਰਾਈਸਿਸ ਹੈ ਜਾਂ ਘੱਟ ਆਧਾਰ ਦਾ ਕ੍ਰਾਈਸਿਸ ਹੈ, ਦੀਆ ਜਲਾ ਕੇ ਦੇਖ ਲੈਣਾ ਚਾਹੀਦਾ, ਸ਼ਾਇਦ ਕੁਝ ਚੰਗਾ ਹੋ ਜੇ। ਦੇਖੋ, ਇਹ ਤਾਂ ਅਸੀਂ ਸ਼ੁਰੂ ਤੋਂ ਗੀਤ ਗਾਉਂਦੇ ਆਏ ਹਾਂ, ਇਸ ਲਈ ਜਲਾਓ ਵਹਾਂ ਦੀਪ ਜਹਾਂ ਵੀ ਅੰਧੇਰਾ ਹੈ। ਤੋ ਜਿੱਥੇ ਜਿੱਥੇ ਪਾਰਟੀ ਕਿਸੇ ਕਾਰਨ ਨਹੀਂ ਪਹੁੰਚੀ, ਅਸੀਂ ਉੱਥੇ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਸੀਂ ਕਦੀ ਸੋਚਿਆ ਸੀ ਨਾਰਥ ਈਸਟ ਪਹੁੰਚ ਜਾਵਾਂਗੇ? ਅਸੀਂ ਉੱਥੇ ਪਹੁੰਚੇ। ਤੁਸੀਂ ਸੋਚਿਆ ਸੀ ਜੰਮੂ ਕਸ਼ਮੀਰ ਸਰਕਾਰ ਬਣ ਜੇ? ਅਸੀਂ ਉੱਥੇ ਪਹੁੰਚੇ ਹਾਂ। ਤੁਸੀਂ ਕਦੀ ਸੋਚਿਆ ਸੀ ਕਰਨਾਟਕਾ ਸਰਕਾਰ ਬਣ ਜੇ? ਅਸੀਂ ਉੱਥੇ ਬਣਾਈ ਹੈ। ਇਸ ਕਰਕੇ ਬੀਜੇਪੀ ਦਾ ਪੰਜਾਬ ਪਿਛਲੀ ਸਰਕਾਰ ਗਠਬੰਧਨ ਦੀ ਕਿਸੇ ਕਾਰਨ ਨਹੀਂ ਬਣ ਪਾਈ, ਰਿਪੀਟ ਨਹੀਂ ਹੋ ਪਾਈ। ਮੈਂ ਇੰਡੀਪੈਂਡੈਂਟ ਦੀ ਗੱਲ ਕਰ ਰਿਹਾ। ਜਦੋਂ ਗਠਬੰਧਨ ਹੁੰਦੇ ਨੇ, ਗਠਬੰਧਨ ਸਰਕਾਰ ਦਾ ਮਤਲਬ ਆਪਣੀ ਹੀ ਸਰਕਾਰ ਹੁੰਦਾ ਹੈ। ਜੰਮੂ ਕਸ਼ਮੀਰ 'ਚ ਵੀ ਗਠਬੰਧਨ ਸਰਕਾਰ ਬਣਾਈ ਹੈ, ਅੱਜ ਹਰਿਆਣਾ 'ਚ ਵੀ ਅਸੀਂ ਗਠਬੰਧਨ ਸਰਕਾਰ ਬਣਾਈ ਹੈ। ਸਰਕਾਰ ਦਾ ਮਤਲਬ ਕੀ ਹੁੰਦਾ? ਜਦੋਂ ਅਸੀਂ ਅਲਾਈਅੰਸ ਹੈ ਤਾਂ ਆਪਣੀ ਸਰਕਾਰ ਹੈ। ਠੀਕ ਹੈ। ਜਿਹੜਾ ਦੂਸਰਾ ਹੈਗਾ ਵੀ, ਇਹ ਕਿਹਾ ਜਾ ਰਿਹਾ ਹੈ ਕਿ ਬੀਜੇਪੀ ਇੱਕ ਹਿਡਨ ਕਨਸਪੀਰੇਸੀ ਕਰ ਰਹੀ ਹੈਗੀ ਹੈ। ਇਹ ਪੋਲੀਟੀਕਲ ਸਫਾ ਦੇ ਵਿੱਚ ਚਰਚਾ ਹੈਗੀ। ਖੰਨਾ ਸਾਹਿਬ, ਮੈਂ ਚਾਹਨਾ ਤੁਸੀਂ ਬੋਲਡਲੀ ਇਸ ਤੇ ਜਵਾਬ ਦਿਓ ਕਿ ਬੀਜੇਪੀ ਇੱਕ ਪੋਲੀਟੀਕਲ ਕਨਸਪੀਰੇਸੀ ਕਰ ਰਹੀ ਹੈਗੀ ਹੈ। ਜਿਹੜੇ ਦਲ ਅਕਾਲੀ ਦਲ ਤੋਂ ਟੁੱਟ ਕੇ ਅਲੱਗ ਹੋ ਰਹੇ ਨੇ, ਜਾਂ ਜਿਹੜੇ ਕੁਝ ਸਿੱਖ ਫੇਸਿਸ ਹੈਗੇ ਨੇ, ਬੀਜੇਪੀ ਚਾਹ ਰਹੀ ਹੈ ਕਿਤੇ ਕਿ ਇਹ ਸਾਡੀ ਝੋਲੀ 'ਚ ਪੈ ਜਾਣ, ਘੱਟੋ ਘੱਟ ਅਸੀਂ 2022 ਦਾ ਰਸਤਾ ਥੋੜਾ ਸਮੂਥ ਕਰ ਸਕੀਏ, ਜਾਂ ਜਿਹੜੀਆਂ ਪਿੰਡੂ ਸਫਾ ਤੱਕ ਸਾਡੀ ਪਹੁੰਚ ਨਹੀਂ ਹੈਗੀ, ਜਾਂ ਪਿੰਡੂ ਖੇਤਰ ਤੁਸੀਂ ਜਾਣਦੇ ਹੋ ਪੰਜਾਬ ਦਾ ਜਿਹੜਾ ਨਹੀਂ ਹੈਗਾ, ਪੰਜਾਬ ਪਿੰਡਾਂ 'ਚ ਵਸਦਾ ਜ਼ਿਆਦਾ, ਉੱਥੇ ਕਿਤੇ ਗ੍ਰਿਪ ਬਣ ਸਕੇ। ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ, ਇਹ ਕੋਈ ਅਸੀਂ ਨਵੀਂ ਕੋਈ ਪਲੈਨਿੰਗ ਨਹੀਂ ਹੈ। ਅਸੀਂ ਅੱਜ ਪਿੰਡਾਂ ਤੱਕ ਪਹੁੰਚ ਚੁੱਕੇ ਹਾਂ। ਸਾਡੇ ਸਿੱਖ ਫੇਸਿਸ ਸਾਡੇ ਕੋਲ ਹੈਗੇ ਨੇ, ਸਾਡੇ ਕੋਲ ਸਟੇਟ ਟੀਮ 'ਚ, ਸਾਡੇ ਕੋਲ ਜ਼ਿਲ੍ਹੇ ਦੀ ਟੀਮ 'ਚ। ਹੁਣ ਤੁਸੀਂ ਦੇਖੋਗੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਸਿੱਖ ਫੇਸ ਜਿਹੜੇ ਆ ਉਹ ਦਿਖਣਗੇ। ਇਹ ਗੱਲ ਕਿ ਅਸੀਂ ਕਿਸੇ ਪਾਰਟੀ ਨੂੰ ਤੋੜ ਕੇ ਆਪਣਾ ਮਜ਼ਬੂਤ ਕਰਨਾ, ਇਹ ਗੱਲ ਨਹੀਂ। ਸਾਡਾ ਬਿਲਕੁਲ ਵਿਜ਼ਨ ਸਾਫ਼ ਹੈ, ਇੱਕ ਸ਼ੀਸ਼ੇ ਦੀ ਤਰ੍ਹਾਂ ਪਾਰਟੀ ਸਾਫ਼ ਹੈ। ਅਸੀਂ ਪੋਲਿਟਿਕਸ ਜਿਹੜੀ ਕਰਦੇ ਆ ਉਹ ਆਈਡੀਓਲੋਜੀ ਦੀ ਪੋਲਿਟਿਕਸ ਕਰਦੇ ਆ ਔਰ ਐਥਿਕਸ ਬੇਸਡ ਪੋਲਿਟਿਕਸ ਕਰਦੇ ਆ। ਤੁਸੀਂ ਆਈਡੀਓਲੋਜੀ ਦਾ ਜ਼ਿਕਰ ਕੀਤਾ ਖੰਨਾ ਸਾਹਿਬ। ਕਿਸੇ ਸਰਕਾਰ ਨੂੰ ਢਾਣਾ, ਕਿਸੇ ਪਾਰਟੀ ਨੂੰ ਤੋੜਨਾ, ਇਹ ਸਾਡਾ ਕਦੀ ਵੀ ਏਜੰਡਾ ਨਹੀਂ ਰਿਹਾ। ਏਜੰਡਾ ਨਹੀਂ ਹੈਗਾ। ਤੁਸੀਂ ਆਈਡੀਓਲੋਜੀ ਦਾ ਜ਼ਿਕਰ ਕੀਤਾ। ਅਕਾਲੀ ਦਲ ਕਿਹਾ ਜਾਂਦਾ ਕਿ ਅਕਾਲੀ ਦਲ ਪੰਥਕ ਪਾਰਟੀ ਹੈ। ਅਕਾਲੀ ਦਲ ਖੁਦ ਨੂੰ ਪੰਥਕ ਪਾਰਟੀ ਕਹਿੰਦਾ, ਹਾਲਾਂਕਿ 1996 ਦੀ ਜਿਹੜੀ ਮੋਗਾ ਕਾਨਫਰੰਸ ਦੇ ਵਿੱਚ ਉਹਨਾਂ ਨੇ ਖੁਦ ਨੂੰ ਪੰਜਾਬੀ ਪਾਰਟੀ ਕਹਿ ਦਿੱਤਾ ਸੀ। ਪਰ ਤੁਹਾਨੂੰ ਲੱਗਦਾ ਕਿ ਜਿਹੜੀ ਪੰਥਕ ਗਰਾਊਂਡ ਅਕਾਲੀ ਦਲ ਦੀ ਕਿਤੇ ਖਿਸਕ ਰਹੀ ਹੈ? ਅਕਾਲੀ ਦਲ ਦੇ ਬਾਰੇ ਅੱਜ ਕਿਹਾ ਜਾਂਦਾ ਕਿ ਜਿਹੜਾ ਉਹ ਮੂਲ ਏਜੰਡਾ ਆਪਦਾ ਛੱਡ ਗਏ, ਆਈਡੀਓਲੋਜੀ ਤੋਂ ਅਲੱਗ ਹੋ ਗਏ। ਤੁਸੀਂ ਅਕਾਲੀ ਦਲ ਨੂੰ ਕਿਵੇਂ ਅਸੈਸ ਕਰ ਰਹੇ ਹੋ ਕਿ ਅੱਜ ਦੀ ਕਰੰਟ ਸਿਚੁਏਸ਼ਨ 'ਚ ਅਕਾਲੀ ਦਲ ਕਿੱਥੇ ਖੜਾ ਹੈਗਾ, ਔਰ ਜੇ ਟੁੱਟ ਰਹੇ ਨੇ ਅਕਾਲੀ ਦਲ ਤੋਂ ਦਲ, ਤੇ ਕਿਉਂ ਟੁੱਟ ਰਹੇ ਨੇ? ਪਾਰਟੀਆਂ ਵਿੱਚ ਮਤਭੇਦ ਹੁੰਦੇ ਨੇ, ਉਹਨਾਂ ਦਾ ਕੀ ਕਾਰਨ ਹੈ ਉਸ ਬਾਰੇ ਮੈਂ ਕਮੈਂਟ ਕਰਾਂ ਉਹ ਅੱਛਾ ਨਹੀਂ ਲੱਗਦਾ। ਬੈਟਰ ਆ ਕਿ ਉਹਨਾਂ ਕੋਲ ਪੁੱਛਿਆ ਜਾਵੇ ਕਿ ਉਹ ਕਿਉਂ ਉਹਨਾਂ ਦੇ ਲੀਡਰ ਉਹਨਾਂ ਨੂੰ ਛੱਡ ਕੇ ਗਏ ਨੇ। ਲੇਕਿਨ ਜਦ ਤੱਕ ਬੀਜੇਪੀ ਦਾ ਸਵਾਲ ਹੈ, ਬੀਜੇਪੀ ਡਟ ਕੇ ਉਹਨਾਂ ਦੇ ਨਾਲ ਖੜੀ ਹੈ। ਤੁਸੀਂ ਆਪਣੇ ਸ਼ੁਰੂਆਤ ਦੇ ਵਿੱਚ ਕਿਹਾ ਸੀਗਾ ਕਿ ਸ਼ਾਇਦ ਕੁਝ ਐਸੇ ਕਾਂਡ ਹੋ ਗਏ ਨੇ ਜਿਨ੍ਹਾਂ ਕਰਕੇ ਅਕਾਲੀ ਦਲ ਕਮਜ਼ੋਰ ਹੋਇਆ। ਜੀ, ਮੈਂ ਇੱਕ ਪੰਜਾਬੀ ਹਾਂ, ਤੁਸੀਂ ਵੀ ਪੰਜਾਬੀ ਹੋ ਜੀ। ਸਾਡੀ ਪੂਰੀ ਆਸਥਾ ਸਾਡੀ ਆਪਣੇ ਗੁਰੂ ਗ੍ਰੰਥ ਸਾਹਿਬ ਤੇ ਹੈ। ਸਾਡੀ ਪੂਰੀ ਆਸਥਾ ਸਾਡੇ 10 ਦੇ 10 ਗੁਰੂਆਂ ਤੇ ਹੈ। ਕੋਈ ਵੀ ਪੰਜਾਬੀ ਕਿਸੇ ਵੀ ਜਗ੍ਹਾ ਬੈਠਾ ਹੋਵੇ ਕਦੇ ਵੀ ਇਹ ਸੋਚ ਨਹੀਂ ਸਕਦਾ ਕਿ ਉਹ ਇਹਨਾਂ ਦੀ ਕੋਈ ਬੇਅਦਬੀ ਕਰੇਗਾ। ਜੇ ਉਹ ਬੇਅਦਬੀ ਕਰਦਾ ਤਾਂ ਸਮਝੋ ਕਿ ਉਹ ਪੰਜਾਬੀ ਹੈ ਨਹੀਂ। ਇਸ ਕਰਕੇ ਕੋਈ ਪੰਜਾਬੀ ਸੁਪਨਾ ਵੀ ਨਹੀਂ ਲੈ ਸਕਦਾ ਕਿ ਮੈਂ ਉਸ ਚੀਜ਼ ਨੂੰ, ਉਸ ਮਰਿਆਦਾ ਨੂੰ, ਉਸ ਆਸਥਾ ਦੇ ਕੇਂਦਰਾਂ ਨੂੰ ਕਿਤੇ ਮੈਂ ਉਹਦੀ ਬੇਅਦਬੀ ਕਰਾਂ। ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਅਕਾਲੀ ਦਲ ਤੇ ਜੋ ਐਲੀਗੇਸ਼ਨ ਹੈਗੇ ਗਲਤ ਹੈਗੇ, ਇਹ ਕਹਿਣਾ ਚਾਹ ਰਹੇ ਹੋ? ਡੈਫੀਨਿਟਲੀ। ਤੁਸੀਂ ਇੱਕ ਬੜੀ ਇੰਪੋਰਟੈਂਟ ਗੱਲ ਕਹੀ ਖੰਨਾ ਸਾਹਿਬ। ਤੁਸੀਂ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਤੇ ਆਸਥਾ ਹੈਗੀ ਹੈ। ਪਿਛਲੇ ਦਿਨਾਂ ਦੇ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇੱਕ ਸਟੇਟਮੈਂਟ ਦਿੱਤੀ, ਔਰ ਬੜੀ ਹਾਰਡ ਹਿਟਿੰਗ ਸਟੇਟਮੈਂਟ ਹੈਗੀ ਸੀ। ਉਹ ਕਹਿੰਦੇ ਨੇ ਕਿ ਦੇਸ਼ ਦੇ ਵਿੱਚ
ਕੇਂਦਰ ਸਰਕਾਰ ਦਾ ਉਹ ਖਾਸ ਤੌਰ ਤੇ ਜ਼ਿਕਰ ਕਰਦੇ ਨੇ ਕਿ ਕੇਂਦਰ ਦੀਆਂ ਪੇਸ਼ਕਦਮੀਆਂ ਸਿੱਖਾਂ ਦੇ ਪ੍ਰਤੀ ਠੀਕ ਨਹੀਂ ਹੈਗੀਆਂ। ਉਹ ਕਹਿੰਦੇ ਨੇ ਕਿ ਜਿਹੜੇ ਸਿੱਖ ਇੰਸਟੀਟਿਊਸ਼ਨ ਕਮਜ਼ੋਰ ਕੀਤੇ ਜਾ ਰਹੇ ਨੇ, ਸਿੱਖਾਂ ਦੇ ਮੰਦਰ ਢਾਏ ਜਾ ਰਹੇ ਨੇ, ਜਾਂ ਸਿੱਖਾਂ ਦੀ ਜਿਹੜੀਆਂ ਮਾਈਨੋਰਿਟੀਜ਼ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਸੀ ਕਿ ਮੁਸਲਮਾਨਾਂ ਤੋਂ ਸ਼ੁਰੂਆਤ ਹੋਈ ਹੈ, ਸਿੱਖਾਂ ਨਾਲ ਵੀ ਉਹੀ ਕੁਛ ਹੋ ਰਿਹਾ, ਔਰ ਗੁਰਬਾਣੀ ਕਹਿੰਦੀ ਹੈ ਜੋ ਤੇਰੇ ਗੁਆਂਢੀ ਤੇ ਹੋ ਰਿਹਾ ਤੂੰ ਆਪਣੇ ਤੇ ਜਾਣ। ਤੁਸੀਂ ਉਸ ਸਮੇਂ ਦੇ ਦੇਖਿਆ ਹੋਣਾ ਕਿ ਬਹੁਤ ਕੰਡੈਮ ਹੋਇਆ ਸੀ ਉਹਨਾਂ ਦਾ ਸਟੇਟਮੈਂਟ, ਔਰ ਬਾਅਦ ਚ ਉਹਨਾਂ ਨੇ ਵਿਡਰਾਅ ਵੀ ਕੀਤਾ। ਮੈਂ ਇਹ ਵਿਡਰਾਅ ਨਹੀਂ ਕੀਤਾ ਹੋਇਆ ਸਟੇਟਮੈਂਟ ਹੈਗਾ, ਇਹ ਕੁਝ ਦਿਨ ਪਹਿਲੇ ਦੀ ਸਟੇਟਮੈਂਟ ਹੈ। ਮੈਂ ਇੱਕ ਵਾਰੀ ਫਿਰ ਤੁਹਾਨੂੰ ਗਰੰਟੀ ਨਾਲ ਕਹਿ ਦਿੰਦਾ ਕਿ ਭਾਰਤੀ ਜਨਤਾ ਪਾਰਟੀ ਹਰ ਵਰਗ, ਹਰ ਧਰਮ ਦਾ ਮਾਨ ਸਨਮਾਨ ਰੱਖਦੀ ਹੈ, ਔਰ ਇਸੇ ਕਰਕੇ ਤੁਸੀਂ ਦੇਖਿਆ ਹੋਣਾ ਕਿ ਭਾਰਤੀ ਜਨਤਾ ਪਾਰਟੀ ਇਸ ਵੇਲੇ ਹਰ ਵਰਗ ਦੇ ਵਿੱਚ ਉਹਦਾ ਇਸ ਕਰਕੇ ਜਾਣਾ ਹੋ ਗਿਆ ਕਿ ਉਸਨੇ ਹਰ ਦੀ ਰਿਸਪੈਕਟ ਕੀਤੀ ਹੈ। ਇੱਕ ਵੀ ਇਨਸੀਡੈਂਟ ਐਸਾ ਦਿਖਾ ਦਿਓ ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਕਿਸੇ ਵਰਗ ਵਿਸ਼ੇਸ਼ ਨੂੰ, ਕਿਸੇ ਨੂੰ ਕੋਈ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੋਵੇ। ਪਰ ਇਹ ਬੜੀ ਵੱਡੀ ਚੇਅਰ ਦੇ ਉੱਤੋਂ ਕਹੀ ਹੋਈ ਗੱਲ ਹੈਗੀ ਹੈ, ਕੇਂਦਰ ਸਰਕਾਰ ਦੀਆਂ ਪੇਸ਼ਕਦਮੀਆਂ ਠੀਕ ਨਹੀਂ ਹੈਗੀਆਂ। ਇਹਨੂੰ ਬੀਜੇਪੀ ਨੇ ਲਿਆ ਕਿਵੇਂ, ਐਕਸੈਪਟ ਕਿਵੇਂ ਕੀਤਾ ਇਹਨੂੰ? ਕੋਈ ਰੋਂਗ ਫੈਕਟਸ ਤੇ ਕੋਈ ਬਿਆਨ ਕਰੇ, ਉਸ ਬਿਆਨ ਦਾ ਕੋਈ ਮਹੱਤਵ ਨਹੀਂ ਹੁੰਦਾ। ਗੱਲ ਐਵੀਡੈਂਸ ਨਾਲ ਕੀਤੀ ਜਾਵੇ, ਉਹਦਾ ਜਵਾਬ ਦਿੱਤਾ ਜਾਂਦਾ ਹੁੰਦਾ। ਯੂਏਪੀਏ ਨੂੰ ਲੈ ਕੇ ਬੜੀ ਚਰਚਾ ਹੈਗੀ ਹੈ ਪੰਜਾਬ ਦੀਆਂ ਹਲਕਿਆਂ ਦੇ ਵਿੱਚ ਇਹਨਾਂ ਦਿਨਾਂ ਦੇ ਦੌਰਾਨ। ਕਈ ਸਾਰੀਆਂ ਪੋਲੀਟੀਕਲ ਪਾਰਟੀਆਂ ਜਾਂ ਕਈ ਸਾਰੇ ਲੀਡਰ ਦੋਨਾਂ ਨੂੰ ਇਸ ਚੀਜ਼ ਦੇ ਲੈ ਕੇ ਕਟਹਿਰੇ ਦੇ ਵਿੱਚ ਖੜਾ ਕਰ ਰਹੇ ਨੇ, ਸਟੇਟ ਗਵਰਨਮੈਂਟ ਨੂੰ ਵੀ ਔਰ ਸੈਂਟਰ ਗਵਰਨਮੈਂਟ ਨੂੰ ਵੀ, ਕਿ ਯੂਏਪੀਏ ਦੀ ਮਿਸਯੂਜ਼ ਹੋ ਰਿਹਾ। ਕਈ ਸਾਰੇ ਨੌਜਵਾਨਾਂ ਨੂੰ, ਜਿਨ੍ਹਾਂ ਦੇ ਵਿੱਚ 16 ਸਾਲ ਦੇ ਨੌਜਵਾਨ ਵੀ ਹੈਗੇ ਨੇ, ਅਗਰ ਕੋਈ WhatsApp ਦਾ ਮੈਸੇਜ ਵੀ ਅੱਗੇ ਫਾਰਵਰਡ ਕਰਦਾ ਤੇ ਉਹਦੇ ਉੱਤੇ ਯੂਏਪੀਏ ਵਰਗਾ ਇੰਨਾ ਸਖਤ ਕਾਨੂੰਨ ਲਾਇਆ ਜਾ ਰਿਹਾ, ਗ੍ਰਿਫਤਾਰੀਆਂ ਹੋ ਰਹੀਆਂ ਨੇ ਪੰਜਾਬ 'ਚ, ਔਰ ਇਸ ਦੇ ਬਾਰੇ ਇਹ ਕਿਹਾ ਜਾ ਰਿਹਾ ਪੰਜਾਬ ਦੇ ਵਿੱਚ ਕਿ ਮਾਈਨੋਰਿਟੀਜ਼ ਨੂੰ ਟਾਰਗੇਟ ਕਰ ਰਹੇ। ਦੇਖिए, ਕਿਸੇ ਵੀ ਕਾਨੂੰਨ ਦਾ ਮਿਸਯੂਜ਼ ਹੋਵੇ ਇਹ ਆਪਣੇ ਆਪ 'ਚ ਗਲਤ ਗੱਲ ਹੈ, ਲੇਕਿਨ ਮੈਂ ਕੇਂਦਰ ਸਰਕਾਰ ਵੱਲੋਂ ਵਿਸ਼ਵਾਸ ਦਵਾ ਦਿੰਦਾ ਕਿ ਕੇਂਦਰ ਸਰਕਾਰ ਕਦੀ ਵੀ ਐਸਾ ਕੋਈ ਕਦਮ ਨਹੀਂ ਚੱਕੇਗੀ ਜਿਹਦੇ ਨਾਲ ਕਿਸੇ ਚੀਜ਼ ਦਾ ਕੋਈ ਮਿਸਯੂਜ਼ ਹੋਵੇ। ਖਾਸ ਤੌਰ ਤੇ ਅਸੀਂ ਮਿਨੋਰਟੀਜ਼ ਦਾ ਖਿਆਲ ਰੱਖਣਾ, ਜਿੱਦਾਂ ਇੱਕ ਧਰਮ ਵਾਲੀ ਗੱਲ ਹੁੰਦੀ ਹੈ ਉਹ ਗੱਲ ਹੈ, ਦੂਸਰੇ ਪਾਸੇ ਇਸ ਦੇਸ਼ ਨੂੰ ਵੀ ਇੱਕ ਰੱਖਣਾ ਉਹ ਵੀ ਸਰਕਾਰਾਂ ਦਾ ਕੰਮ ਹੁੰਦਾ। ਇੱਕ ਉਹ ਵੀ ਫੈਸਲਾ ਲੈਣਾ ਹੁੰਦਾ ਕਿ ਕਿਆ ਕੋਈ ਤਾਕਤਾਂ ਇਸ ਦੇਸ਼ ਨੂੰ ਤੋੜਨ ਲਈ ਕੰਮ ਤਾਂ ਨਹੀਂ ਕਰ ਰਹੀਆਂ, ਜੇ ਕਰ ਰਹੀਆਂ ਤਾਂ ਉਹਨਾਂ ਨੂੰ ਨੱਥ ਪਾਉਣ ਦਾ ਵੀ ਕੰਮ ਜਿਹੜਾ ਹੈ ਉਹ ਸਰਕਾਰਾਂ ਦਾ ਹੁੰਦਾ। ਪਰ ਤੁਹਾਨੂੰ ਲੱਗਦਾ ਕਿ ਇਹ ਲੋਕਾਂ ਨੂੰ ਇੰਸ਼ੋਰ ਕਰਾਉਣਾ ਪਏਗਾ? ਕਿਉਂ ਖੰਨਾ ਸਾਹਿਬ, ਕਿਉਂਕਿ ਤੁਸੀਂ ਪੋਲੀਟੀਕਲ ਪਾਰਟੀ ਹੈਗੇ ਹੋ, ਪੋਲਿਟਿਕਸ ਪਰਸੈਪਸ਼ਨ ਨਾਲ ਚੱਲਦੀ ਹੈ। ਜੇ ਪਰਸੈਪਸ਼ਨ ਇਸ ਤਰ੍ਹਾਂ ਦੀ ਬਣ ਰਹੀ ਜਾਂ ਪੋਲੀਟੀਕਲੀ ਕ੍ਰੀਏਟ ਕੀਤੀ ਜਾ ਰਹੀ ਹੈਗੀ ਹੈ ਕਿ ਮਾਈਨੋਰਿਟੀਜ਼ ਟਾਰਗੇਟ ਹੋ ਰਹੀਆਂ ਨੇ ਵਾਇਆ ਯੂਏਪੀਏ ਵੀ, ਹਨਾ, ਬਹੁਤ ਸਖਤ ਹੈਗਾ, ਟਾਡਾ ਤੋਂ ਬਾਅਦ ਬਣਿਆ ਤਾਂ ਉਸੇ ਤਰਜ਼ ਤੇ ਬਣਿਆ ਹੋਇਆ ਕਾਨੂੰਨ ਹੈਗਾ, ਤੇ ਬੀਜੇਪੀ ਕਨਵਿੰਸ ਕਿਵੇਂ ਕਰੇਗੀ ਲੋਕਾਂ ਨੂੰ? ਸਿੰਪਲ, ਕਿਉਂਕਿ ਤੁਹਾਨੂੰ ਕਨਵਿੰਸ ਕਰਨਾ ਪਏਗਾ, ਪੋਲੀਟੀਕਲ ਪਾਰਟੀ ਹੋ। ਸਿੰਪਲ ਗੱਲ ਹੈ, ਪਰਸੈਪਸ਼ਨ ਜਿਹੜੀ ਹੈ ਉਹ ਵਿਦਆਊਟ ਐਵੀਡੈਂਸ ਜਦੋਂ ਬਣਦੀ ਹੈ ਤਾਂ ਜਦੋਂ ਤੁਹਾਡੇ ਵਰਗੇ ਲੋਕ ਇੰਟਰਵਿਊਜ਼ ਲੈ ਕੇ ਉਸ ਪਰਸੈਪਸ਼ਨ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਆ, ਮੈਂ ਉਹਦੇ ਲਈ ਇੱਕ ਗੱਲ ਕਹਿ ਸਕਦਾ ਕਿ ਕੇਂਦਰ ਸਰਕਾਰ ਦੀ ਕਿਤੇ ਵੀ ਕੋਈ ਮਨਸ਼ਾ ਹੈ ਨਹੀਂ ਕਿਸੇ ਵੀ ਕਾਨੂੰਨ ਦਾ ਮਿਸਯੂਜ਼ ਕਰਨਾ, ਕਿਸੇ ਵੀ ਕਾਨੂੰਨ ਨੂੰ ਮਿਸਯੂਜ਼ ਕਰਕੇ ਕਿਸੇ ਨੂੰ ਖੁਸ਼ ਕਰਨਾ ਜਾਂ ਨਾਰਾਜ਼ ਕਰਨਾ। ਕਾਨੂੰਨ ਆਪਣਾ ਰਸਤਾ ਕਾਨੂੰਨੀ ਢੰਗ ਨਾਲ ਲਵੇ, ਇਹ ਪ੍ਰਯਾਸ ਕਰਨਾ। ਖਾਸ ਤੌਰ ਤੇ ਜਿਹੜੀ ਤੁਸੀਂ ਮਿਨੋਰਿਟੀ ਦੀ ਗੱਲ ਕੀਤੀ ਹੈ, ਮੇਰਾ ਖਿਆਲ ਹੈ ਕਿ ਜਿੰਨਾ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇਸ ਪਾਸੇ ਕਿ ਹਰ ਵਰਗ ਆਪਣਾ ਸਥਾਨ ਅੱਛੀ ਤਰ੍ਹਾਂ ਲੈ ਸਕੇ ਉਹਲੇ ਕੰਮ ਕਰ ਰਹੀ ਹੈ, ਸ਼ਾਇਦ ਹੀ ਅੱਜ ਤੱਕ ਕਦੀ ਹੋਇਆ ਹੋਵੇ। ਇਸ ਤੋਂ ਇਲਾਵਾ ਖੰਨਾ ਸਾਹਿਬ, ਇੱਕ ਹੋਰ ਬੜੀ ਇੰਪੋਰਟੈਂਟ ਘਟਨਾਕ੍ਰਮ ਪੰਜਾਬ ਦੀ ਸਿਆਸਤ 'ਚ ਪੰਜਾਬ ਦੇ ਚੱਲ ਰਿਹਾ ਹੈ, ਕਿਉਂਕਿ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਵੋਟ ਬੈਂਕ ਜਿਹੜਾ ਹੈਗਾ ਉਹ ਕਿਸਾਨਾਂ ਦਾ ਹੈਗਾ। ਪੰਜਾਬ ਭਰ ਦੇ ਵਿੱਚ ਕਿਸਾਨ ਤੁਹਾਡੇ ਅਗੇਂਸਟ, ਬੀਜੇਪੀ ਦੇ, ਸੈਂਟਰ ਗਵਰਨਮੈਂਟ ਦੇ ਅਗੇਂਸਟ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ, ਔਰ ਪਿਛਲੇ ਦਿਨਾਂ ਦਾ ਨਾ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਕਦੇ ਕਿਹਾ ਜਾਂਦਾ ਸੀ ਕਿ ਥੋੜਾ ਬਹੁਤਾ ਐਜ ਲੈ ਕੇ ਚੱਲਦੀਆਂ ਨੇ ਅਕਾਲੀ ਬੀਜੇਪੀ ਦਾ, ਅਕਾਲੀ ਦਲ ਕਹਿ ਸਕਦੇ ਹਾਂ, BKU ਰਾਜੋਵਾਲ ਵਰਗੀਆਂ ਜਥੇਬੰਦੀਆਂ, ਉਹਨਾਂ ਨੇ ਵੀ ਵਿਰੋਧ ਕੀਤਾ ਕਿ ਜਿਹੜੇ ਸੋਧ ਬਿੱਲ ਆਏ ਨੇ, ਜਿਹੜੇ ਆਰਡੀਨੈਂਸ ਪਾਸ ਕੀਤੇ ਗਏ ਨੇ ਸੈਂਟਰ ਗਵਰਨਮੈਂਟ ਵੱਲੋਂ, ਉਹਨਾਂ ਦੇ ਜ਼ਰੀਏ APMC ਐਕਟ ਨੂੰ ਢਾਹ ਲਾਈ ਜਾ ਰਹੀਆਂ, ਮੰਡੀਆਂ ਖਤਮ ਕੀਤੀਆਂ ਜਾ ਰਹੀਆਂ ਨੇ, ਜਿਹਦੇ ਨਾਲ ਸਿੱਧਾ ਇਫੈਕਟ ਕਿਸਾਨਾਂ ਦੇ ਉੱਤੇ ਪਏਗਾ। ਇਸ ਬਾਰੇ ਸਭ ਤੋਂ ਬੈਸਟ ਜੋ ਪਰਸਨ ਹੈ ਉਹ ਹੈ ਐਗਰੀਕਲਚਰ ਮਿਨਿਸਟਰ ਜੀ। ਐਗਰੀਕਲਚਰ ਮਿਨਿਸਟਰ ਨੇ ਸਾਫ਼ ਕਈ ਵਾਰ ਥਰੂ ਪ੍ਰੈਸ ਕਾਨਫਰੰਸ, ਥਰੂ ਮੀਡੀਆ, ਥਰੂ ਵੀਡੀਓ ਕਾਨਫਰੰਸ ਇਹ ਗੱਲ ਕਲੀਅਰ ਕੀਤੀ ਹੈ ਕਿ ਇਸ ਕਾਨੂੰਨ ਨਾਲ ਨਾ ਮੰਡੀਆਂ ਖਤਮ ਹੋਣੀਆਂ, ਨਾ MSP ਖਤਮ ਹੋਣੀ ਹੈ। ਹੁਣ MSP ਜਿਹੜੀ ਹੈ, ਜਿਸ ਪਾਰਟੀ ਨੇ ਉਹ ਫਾਰਮੂਲਾ ਤਿਆਰ ਕੀਤਾ, ਜਿਸ ਪਾਰਟੀ ਨੇ ਉਸ MSP ਨੂੰ ਲਾਗੂ ਕਰਨ ਦਾ ਇੱਕ ਪਰਮਾਨੈਂਟ ਸੋਲੂਸ਼ਨ ਦਿੱਤਾ, ਅੱਗੇ ਕੀ ਹੁੰਦਾ ਸੀ? ਅੱਗੇ MSP ਵਧਵਾਉਣ ਲਈ ਕਿਸਾਨਾਂ ਨੂੰ ਧਰਨੇ ਲਾਣੇ ਪੈਂਦੇ ਸੀ, ਕਦੀ 10 ਰੁਪਏ ਵੱਧ ਗਈ, ਕਦੀ 20 ਰੁਪਏ ਵੱਧ ਗਈ।
ਉਹਨੂੰ ਵਧਾਉਣ ਲਈ ਫਿਰ ਧਰਨੇ ਲਾਣੇ ਪੈਂਦੇ ਸੀ। ਲੇਕਿਨ ਸਾਡੀ ਸਰਕਾਰ ਨੇ MSP ਦਾ ਇੱਕ ਫਾਰਮੂਲਾ ਤਿਆਰ ਕਰਕੇ ਪਰਮਨੈਂਟ ਹੱਲ ਕਰਤਾ। ਕਿਆ ਉਹ ਸਰਕਾਰ ਇਸ ਚੀਜ਼ ਨੂੰ ਖਤਮ ਕਰੇਗੀ? ਮੈਂ ਤੁਹਾਡੇ ਰਾਹੀਂ ਅਸ਼ੋਰ ਕਰਦਾ ਕਿਸਾਨਾਂ ਨੂੰ ਕਿ ਤੁਹਾਡੇ ਨਾਲ ਇਹ ਪਾਰਟੀ ਖੜੀ ਹੈ। ਜੇ ਤੁਹਾਡੇ ਮਨ 'ਚ ਕੋਈ ਵੀ ਕਿਸ ਤਰ੍ਹਾਂ ਦਾ ਵਹਿਮ ਹੈ ਤਾਂ ਤੁਸੀਂ ਖੁੱਲ੍ਹ ਕੇ ਸਾਡੇ ਨਾਲ ਗੱਲ ਕਰੋ। ਅਸੀਂ ਤੁਹਾਡੀ ਮੀਟਿੰਗ ਉਸ ਐਗਰੀਕਲਚਰ ਮਿਨਿਸਟਰ ਸਾਹਿਬ ਨਾਲ ਕਰਾ ਦਾਂਗੇ ਜਿਨ੍ਹਾਂ ਨੇ ਓਪਨਲੀ ਸਟੇਟਮੈਂਟ ਦਿੱਤੀ ਹੈ ਕਿ ਨਾ ਮੰਡੀਆਂ ਖਤਮ ਹੋਣਗੀਆਂ ਨਾ MSP ਖਤਮ ਹੋਗੀ। ਇਹ ਤੁਸੀਂ ਉਹਨਾਂ ਲੋਕਾਂ ਦੇ ਉੱਚ ਨਾ ਆਓ, ਉਹ ਭੁਲੇਖਾ ਪਾ ਕੇ ਤੁਹਾਨੂੰ ਭਰਮ ਪੈ ਕੇ ਤੁਹਾਨੂੰ ਗੁੰਮਰਾਹ ਕਰਕੇ ਕੋਸ਼ਿਸ਼ ਕਰ ਰਹੇ ਨੇ ਕਿ ਇਸ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ। ਤੁਹਾਡੇ ਨਾਲ ਕਿਤੇ ਵੀ ਅਨਿਆਏ ਨਹੀਂ ਹੋਏਗਾ, ਕਿਤੇ ਵੀ ਧੱਕਾ ਨਹੀਂ ਹੋਏਗਾ। ਅੱਜ ਤੱਕ ਕਦੀ ਕਿਸੇ ਨੇ ਸੋਚਿਆ ਕਿ ਕਿਸਾਨ ਦੇ ਖਾਤੇ ਦੇ ਵਿੱਚ 2000 ਰੁਪਇਆ ਜਿਹੜਾ ਹੈ ਉਹ 3 ਮਹੀਨੇ ਬਾਅਦ ਪਏਗਾ, 6000 ਰੁਪਇਆ ਸਾਲ ਦਾ ਪਏਗਾ? ਕਿਹਨੇ ਸੋਚਿਆ? BJP ਨੇ। ਕਿਆ ਇਹ ਫਾਰਮੂਲਾ ਬਣਾਇਆ ਕਿ ਗਰੀਬ ਅਮੀਰ ਹਰ ਕਿਸਾਨ ਨੂੰ 2000 ਰੁਪਇਆ ਉਹਦੇ ਖਾਤੇ 'ਚ ਪੈ ਰਿਹਾ, 6000 ਰੁਪਇਆ ਸਾਲ ਦਾ ਪੈ ਰਿਹਾ? ਕਿਆ ਕਦੀ ਕਿਸਾਨ ਨੇ ਸੋਚਿਆ ਸੀ? ਅਟਲ ਜੀ ਨੇ ਜਦੋਂ ਕਿਸਾਨ ਕ੍ਰੈਡਿਟ ਕਾਰਡ ਬਣਾਇਆ ਕਿ ਕਿਸਾਨ ਦੇ ਕੋਲ ਵੀ ਕ੍ਰੈਡਿਟ ਲੈਣ ਦੀ ਪਾਵਰ ਹੈ। ਜਿਹੜੀ ਪਾਰਟੀ ਇਸ ਲੈਵਲ ਤੱਕ ਸੋਚਦੀ ਹੈ ਕਿ ਇਕਨੋਮਿਕਲੀ ਕਿਸਾਨ ਕਿਸ ਤਰ੍ਹਾਂ ਸਟਰੋਂਗ ਹੋਵੇ, ਉਹ ਪਾਰਟੀ ਕਦੀ ਵੀ ਕਿਸਾਨ ਵਿਰੋਧੀ ਨਹੀਂ, ਕਿਸਾਨ ਦੇ ਹਿੱਤ ਦੀ ਪਾਰਟੀ। ਠੀਕ ਹੈ, ਖੰਨਾ ਸਾਹਿਬ ਤੁਹਾਡੇ ਪੁਰਾਣੇ ਸਾਥੀਆਂ ਨੂੰ ਲੈ ਕੇ ਇੱਕ ਸਵਾਲ ਕਰਨਾ ਚਾਹੁੰਦਾ। ਨਵਜੋਤ ਸਿੰਘ ਸਿੱਧੂ ਫੈਮਿਲੀ ਖਾਸ ਤੌਰ ਤੇ ਇਹ ਪੂਰੇ ਇਲੈਕਸ਼ਨਸ ਦੇ ਵਿੱਚ ਅਸੀਂ ਦੇਖਿਆ ਕਿ ਨਵਜੋਤ ਸਿੰਘ ਸਿੱਧੂ ਬੜੇ ਹਮਲਾਵਰ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੇ, ਅਮਿਤ ਸ਼ਾਹ ਨੂੰ ਲੈ ਕੇ। ਪੋਲਿਟਿਕਸ ਦੇ ਵਿੱਚ ਅਜੇ ਵੀ ਤੁਹਾਨੂੰ ਲੱਗਦਾ ਕਿ ਇਸ ਚੀਜ਼ ਦਾ ਸਪੇਸ ਬਾਕੀ ਹੈਗਾ ਨਵਜੋਤ ਸਿੱਧੂ ਪਰਿਵਾਰ ਨੂੰ ਲੈ ਕੇ, ਕਿ ਜਿਸ ਤਰ੍ਹਾਂ ਦੇ ਨਾਲ ਨਵਜੋਤ ਕੌਰ ਸਿੱਧੂ ਦੀ ਇੱਕ ਸਟੇਟਮੈਂਟ ਆਈ ਹੈ, ਕਹਿੰਦੇ ਸਾਨੂੰ BJP ਤੋਂ ਕੋਈ ਪ੍ਰੋਬਲਮ ਨਹੀਂ ਹੈਗੀ ਸੀ, ਅਕਾਲੀ ਜਿਹੜੇ ਸੀ ਉਹ ਲੁੱਟ ਰਹੇ ਸੀ ਔਰ BJP ਦੀ ਸੁਣਵਾਈ ਨਹੀਂ ਹੋ ਰਹੀ ਸੀ। ਉਹਨਾਂ ਕਿਹਾ ਕਿ BJP ਇਸ ਤਰ੍ਹਾਂ ਸੀ ਜਿਸ ਤਰ੍ਹਾਂ ਸਰਕਾਰ ਦਾ ਹਿੱਸਾ ਹੀ ਨਹੀਂ ਹੈਗੀ ਸੀ। ਇਹ ਹੁਣ ਦੁਬਾਰਾ ਕਿਤੇ ਲੱਗਦਾ ਕਿ ਸੌਫਟ ਕਾਰਨਰ ਦਿਖਾ ਰਹੇ BJP ਦੇ ਬਾਰੇ, ਇਹ ਕਿਉਂ? ਦੇਖੋ, ਨਵਜੋਤ ਸਿੰਘ ਸਿੱਧੂ BJP ਦੀ ਟਿਕਟ ਤੋਂ MP ਰਹੇ। ਇੱਕ ਵਾਰ ਨਹੀਂ 3 ਵਾਰ MP ਬਣੇ। ਪਾਰਟੀ ਨੇ ਪੂਰਾ ਮਾਨ ਸਨਮਾਨ ਦਿੱਤਾ। ਉਹਨਾਂ ਦੀ ਪਤਨੀ MLA ਰਹੀ ਔਰ ਸਰਕਾਰ ਦਾ ਹਿੱਸਾ ਰਹੀ। ਜੇ ਫਿਰ ਵੀ ਸਰਕਾਰ ਦਾ ਹਿੱਸਾ ਔਰ ਪਾਰਟੀ ਦਾ ਹਿੱਸਾ ਰਹਿ ਕੇ ਉਹ ਲੋਕ ਸੈਟੀਸਫਾਈ ਨਹੀਂ ਹੋਏ, ਨਾ ਉਹ ਲੋਕਾਂ ਨੂੰ ਸੈਟੀਸਫਾਈ ਕਰ ਸਕੇ, ਨਾ ਆਪ ਸੈਟੀਸਫਾਈ ਹੋਏ, ਤਾਂ ਇਦਾਂ ਦੇ ਲੋਕਾਂ ਦੇ ਮੇਰਾ ਖਿਆਲ ਨਾ ਜਨਤਾ ਵਿਸ਼ਵਾਸ ਕਰੇਗੀ, ਨਾ ਕੋਈ ਪੋਲੀਟੀਕਲ ਪਾਰਟੀ ਵਿਸ਼ਵਾਸ ਕਰੇਗੀ। ਅੱਜ ਤੁਸੀਂ ਹੀ ਲੋਕਾਂ ਨੇ, ਸਾਨੂੰ ਤਾਂ ਸ਼ਾਇਦ ਭੁੱਲ ਗਏ ਹੋਵਾਂਗੇ, ਤੁਸੀਂ ਹੀ ਲੋਕਾਂ ਨੇ ਨਵਜੋਤ ਸਿੰਘ ਸਿੱਧੂ ਦੀਆਂ ਉਹ ਕੈਸਟਸ ਜਿਹੜੀਆਂ ਲੋਕਾਂ ਕੋਲ ਦਿਖਾਈਆਂ ਕਿ ਮੋਦੀ ਜੀ ਦੇ ਕਿਸ ਤਰ੍ਹਾਂ ਇਹ ਕਸੀਦੇ ਪੜ੍ਹੇ ਜਾਂਦੇ ਸੀ, ਤਾਂ ਉਹੀ ਗੱਲਾਂ ਉਹ ਸਰਦਾਰ ਮਨਮੋਹਨ ਸਿੰਘ ਵੇਲੇ ਕਹਿਣ ਲੱਗ ਗਏ। ਤਾਂ ਇਸ ਕਰਕੇ ਤੁਸੀਂ ਉਸ ਕਰੈਕਟਰ ਨੂੰ ਸਮਝ ਸਕਦੇ ਹੋ ਚੰਗੀ ਤਰ੍ਹਾਂ, ਜਿਹਦੇ ਤੇ ਮੈਂ ਸ਼ਾਇਦ ਕਮੈਂਟ ਨਾ ਕਰ ਸਕਾਂ, ਮੇਰੇ ਕੋਲ ਸ਼ਬਦ ਹੈ ਨਹੀਂ ਜੋ ਕਮੈਂਟ ਕਰਨ ਲਈ। ਤਾਂ ਉਹ ਕਰੈਕਟਰ ਤੁਸੀਂ ਆਪੇ ਹੀ ਲੋਕਾਂ ਨੂੰ ਦਿਖਾਤਾ ਕਿ ਉਹ ਕਰੈਕਟਰ ਕੀ ਹੈ। ਪਰ ਇਹ ਸੌਫਟ ਕਾਰਨਰ ਜਿਹੜਾ ਉਧਰੋਂ ਦਿਖਾਇਆ ਜਾ ਰਿਹਾ ਹੈ, ਕਿਉਂ ਕਿਤੇ ਕਈ ਵਾਰੀ ਹੁੰਦਾ ਨਾ ਕਿਤੇ ਕੋਈ ਸੰਭਾਵਨਾ ਪਈ ਹੁੰਦੀ ਹੈ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਅੱਜ ਅਚਾਨਕ ਇੱਕ ਟਵੀਟ ਆ ਜਾਣਾ ਔਰ ਲੱਗਣਾ ਕਹਿਣਾ ਵੀ ਸਾਨੂੰ BJP ਤੋਂ ਕੋਈ ਪ੍ਰੋਬਲਮ ਨਹੀਂ ਹੈਗੀ? ਕਿਤੇ ਇਹ ਤਾਂ ਨਹੀਂ ਹੈ ਵੀ ਜਿਹੜਾ ਕਿਹਾ ਜਾਂਦਾ ਕਿ ਸਿਆਸਤ ਦੇ ਵਿੱਚ ਨਾ ਕੋਈ ਸਦਾ ਦੁਸ਼ਮਣ ਹੁੰਦਾ ਨਾ ਦੋਸਤ ਹੁੰਦਾ, ਅਜੇ ਵੀ ਕਿਤੇ ਸੰਭਾਵਨਾ ਪਈ ਹੋਵੇ? ਦੇਖੋ, ਪਿਛਲਾ ਰਿਕਾਰਡ ਤਾਂ ਦੇਖਿਆ ਜਾਂਦਾ। ਤੁਸੀਂ ਕਿੰਨਾ ਕੁਝ ਦਿਖਾਤਾ ਜਨਤਾ ਨੂੰ, ਕਿੰਨੀਆਂ ਕੈਸਟਸ ਦਿਖਾਤੀਆਂ, ਕਿੰਨੇ ਭਾਸ਼ਣ ਦਿਖਾਤੇ, ਠੀਕ ਹੈ। ਤੇ ਇਸ ਤੋਂ ਬਾਅਦ ਮੈਂ ਦੱਸਿਆ ਕਿ ਉਹਨਾਂ ਦਾ ਕਰੈਕਟਰ ਜਨਤਾ ਦੇ ਸਾਹਮਣੇ ਆ, ਤੁਹਾਡੇ ਸਭ ਦੇ ਸਾਹਮਣੇ ਆ। ਮੈਂ ਕੁਝ ਸ਼ਬਦ ਹੀ ਹੈ ਨਹੀਂ ਕਿ ਮੈਂ ਉਸ ਗੱਲ ਤੇ ਕਮੈਂਟ ਕਰ ਸਕਾਂ। ਠੀਕ ਹੈ, ਖੰਨਾ ਸਾਹਿਬ ਪੰਜਾਬ ਦੇ ਵਿੱਚ ਅੱਜ ਬੜੀ ਮੰਦਭਾਗੀ ਘਟਨਾ ਵਾਪਰੀ ਹੈਗੀ ਹੈ। ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਗਈ ਹੈਗੀ ਹੈ ਪੰਜਾਬ ਦੇ ਵਿੱਚ। ਕਰੀਬ 24 ਮੌਤਾਂ ਹੁਣ ਤੱਕ ਹੋ ਚੁੱਕੀਆਂ ਨੇ। ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖ ਰਹੇ ਹੋ? ਦੇਖੋ, ਸਭ ਤੋਂ ਪਹਿਲਾਂ ਮੈਂ ਸਮਝਦਾ ਕਿ ਕਾਂਗਰਸ ਸਰਕਾਰ ਦਾ ਟੋਟਲ ਫੇਲਿਅਰ ਹੈ। ਐਡਮਿਨਿਸਟ੍ਰੇਸ਼ਨ ਨਾਂ ਦੀ ਕੋਈ ਚੀਜ਼ ਨਹੀਂ। ਇੰਨੇ ਘੁਟਾਲੇ ਇਸ ਵਾਰ ਸਾਹਮਣੇ ਆ ਚੁੱਕੇ ਆ ਥੋੜੇ ਸਮੇਂ 'ਚ, ਜਿਨ੍ਹਾਂ ਦੀ ਗਿਣਤੀ ਕਰਦੇ ਸ਼ਾਇਦ ਤੁਸੀਂ ਵੀ ਤੁਹਾਨੂੰ ਵੀ 4-5 ਇੰਟਰਵਿਊ ਕਰਨੀਆਂ ਪੈਣਗੀਆਂ। ਇਹ ਜੋ ਮਨਭਾਗੀ ਘਟਨਾ ਹੋਈ ਹੈ, ਜਿੱਥੇ ਇਹਦੀ ਨਿੰਦਾ ਕੀਤੀ ਜਾਂਦੀ ਹੈ, ਉਹਨਾਂ ਪਰਿਵਾਰਾਂ ਨਾਲ ਜਿਨ੍ਹਾਂ ਦੇ ਬੱਚੇ ਮਰੇ ਨੇ, ਉਹਨਾਂ ਨਾਲ ਸਹਾਨੂਭੂਤੀ ਵੀ ਕਰਦੇ ਹੋਏ, ਸਰਕਾਰ ਨੂੰ ਕਟਘਰੇ 'ਚ ਖੜਾ ਕਰਦੇ ਹੋਏ ਕਿ ਇਹ ਟੋਟਲ ਸਰਕਾਰ ਦਾ ਫੇਲਿਅਰ ਹੈ ਕਿ ਨਜਾਇਜ਼ ਸ਼ਰਾਬ ਕਿਉਂ ਜਿਹੜੀ ਹੈ ਬਣ ਰਹੀ ਹੈ ਤੇ ਵਿਕ ਰਹੀ ਹੈ। ਇਹਨਾਂ ਦੀ ਐਡਮਿਨਿਸਟ੍ਰੇਸ਼ਨ ਹੈ ਕਿੱਥੇ, ਸੁੱਤੀ ਕਿੱਥੇ ਪਈ ਹੈ? ਇਹ ਗੱਲ ਦਾ ਜਵਾਬ ਸਰਕਾਰ ਨੂੰ ਜ਼ਰੂਰ ਜਨਤਾ ਨੂੰ ਦੇਣਾ ਪਏਗਾ। ਜਿਨ੍ਹਾਂ ਪਰਿਵਾਰਾਂ ਦੇ ਬੱਚੇ ਮਰੇ ਉਹਨਾਂ ਨੂੰ ਦੇਣਾ ਪਏਗਾ। ਜਨਤਾ ਅੱਜ ਇੱਕ ਸਵਾਲ ਪੁੱਛ ਰਹੀ ਹੈ ਕਿ ਇਹ ਜਿਹੜੀਆਂ 24 ਮੌਤਾਂ ਹੋਈਆਂ ਨੇ, ਇਹ ਛੋਟੀ ਗੱਲ ਨਹੀਂ। ਉਹ ਮੌਤਾਂ ਦੀ ਜ਼ਿੰਮੇਵਾਰੀ ਇਹ ਸਰਕਾਰ ਫਿਕਸ ਕਰਕੇ ਇਮੀਡੀਏਟਲੀ ਉਹਨਾਂ ਲੋਕਾਂ ਤੇ ਐਕਸ਼ਨ ਲਵੇ ਜਿਨ੍ਹਾਂ ਕਾਰਨ ਇਹ ਲੋਕ ਜਿਹੜੇ ਨੇ ਅੱਜ ਇਸ ਦੁਨੀਆ ਤੋਂ ਚਲੇ ਗਏ ਨੇ। ਉਹ ਪਰਿਵਾਰ ਜਿਹੜੇ ਨੇ
ਉਹਨਾਂ 'ਚ ਐਡਾ ਬੜਾ ਕਹਿਰ ਜਿਹੜਾ ਹੈ ਉਹ ਢਿਆ। ਇਹ ਸਰਕਾਰ ਦੀ 100% ਜ਼ਿੰਮੇਵਾਰੀ, ਮੈਂ ਕਹਿੰਦਾ ਇਹ ਸਰਕਾਰ ਇਸ ਦੀ ਜ਼ਿੰਮੇਵਾਰ ਹੈ। ਆਪੋਜੀਸ਼ਨ ਦੀ ਜ਼ਿੰਮੇਵਾਰੀ ਕੀ ਹੋਏਗੀ, ਕਿਉਂਕਿ ਆਪੋਜੀਸ਼ਨ ਤਾਂ ਐਕਸਪੈਕਟ ਕਰਦੇ ਨੇ ਜੇ ਕਿਤੇ ਕੋਈ ਇਸ ਤਰ੍ਹਾਂ ਦੀ ਘਟਨਾ ਹੈਗੀ ਹੈ ਜਿੱਥੇ ਸਰਕਾਰ ਲੈਵਲ ਦੇ ਉੱਤੇ ਵੀ ਘਾਟਾਂ ਕਮੀਆਂ ਹੈਗੀਆਂ ਨੇ, ਆਪੋਜੀਸ਼ਨ ਲੋਕਾਂ ਦੀ ਆਵਾਜ਼ ਬਣ ਕੇ ਸਰਕਾਰ ਤੱਕ ਪਹੁੰਚੇ, ਬੀਜੇਪੀ ਦਾ ਪਲਾਨ ਕੀ ਹੈਗਾ? ਡੈਫੀਨਿਟਲੀ ਪਹਿਲੀ ਗੱਲ ਉਹਨਾਂ ਪਰਿਵਾਰਾਂ ਦੇ ਨਾਲ ਖੜੇ ਆ। ਦੂਜੀ ਗੱਲ, ਸੁੱਤੀ ਸਰਕਾਰ ਨੂੰ ਜਗਾਉਣ ਦੇ ਲਈ ਇਹ ਪਾਰਟੀ ਹਮੇਸ਼ਾ ਪ੍ਰੋਐਕਟਿਵ ਹੋ ਕੇ ਕੰਮ ਕਰਦੀ ਰਹੀ ਹੈ, ਉਹ ਕਰੇਗੀ ਔਰ ਕਰਦੀ ਰਹੇਗੀ। ਠੀਕ ਹੈ, ਤੁਸੀਂ ਰਾਜਸਥਾਨ ਦੇ ਪ੍ਰਭਾਰੀ ਹੋ, ਮੈਂ ਇੱਕ ਸਵਾਲ ਤੁਹਾਡੇ ਕੋਲ ਉਸ ਤੇ ਵੀ ਲੈਣਾ ਚਾਹੁੰਦਾ। ਰਾਜਸਥਾਨ ਦੇ ਵਿੱਚ ਪਿਛਲੇ ਦਿਨਾਂ ਦਾ ਜੋ ਸਾਰਾ ਘਟਨਾਕ੍ਰਮ ਰਿਹਾ, ਉਹਨੂੰ ਲੈ ਕੇ ਹੁਣ ਅੱਗੇ ਗਾਂ ਫਰਦਰ ਡਿਵੈਲਪਮੈਂਟ ਕੀ ਹੈਗੀ ਹੈ? ਰਾਜਸਥਾਨ ਦੇ ਵਿੱਚ ਕਹਿੰਦੇ ਸਚਿਨ ਪਾਇਲਟ ਦੇ ਹੱਥ ਕੁਝ ਵੀ ਨਹੀਂ ਆਇਆ ਆਖਿਰਕਾਰ, ਔਰ ਬੀਜੇਪੀ ਕਹਿੰਦੇ ਵੀ ਡਿਚ ਕਰਤਾ ਜਾਂ ਹੱਥ ਪਿੱਛੇ ਖਿੱਚ ਲਿਆ ਮੌਕੇ ਦੇ ਉੱਤੋਂ। ਇਹ ਉਹਨਾਂ ਦੀ ਪਾਰਟੀ ਦੀ ਲੜਾਈ ਹੈ। ਇੱਕ ਕਮਜ਼ੋਰ ਨੇਤਰਤਵ ਜਦੋਂ ਆਪਣਾ ਪਰਿਵਾਰ ਨਹੀਂ ਸੰਭਾਲ ਸਕਦਾ ਤਾਂ ਫਿਰ ਦੂਸਰੀ ਪਾਰਟੀ ਤੇ ਇਲਜ਼ਾਮ ਲਾਣਾ ਬੜਾ ਸੌਖਾ ਹੁੰਦਾ। ਸਾਨੂੰ ਕੀ ਲੋੜ ਹੈ ਕਿ ਅਸੀਂ ਉਸ ਪਾਰਟੀ ਨੂੰ, ਜਿਸ ਪਾਰਟੀ ਦਾ ਆਲਰੇਡੀ ਇਸ ਦੇਸ਼ ਚੋਂ ਖਤਮ ਹੋ ਰਹੀ ਹੈ, ਉਸ ਨੂੰ ਅਸੀਂ ਛੇੜ ਕੇ ਕਰਨਾ ਕੀ ਹੈ? ਅੱਜ ਇਹਨਾਂ ਦੋਨਾਂ, ਚਾਹੇ ਉਹ ਪਾਇਲਟ ਸਾਹਿਬ ਨੇ ਚਾਹੇ ਗਹਿਲੋਤ ਸਾਹਿਬ ਨੇ, ਇਹਨਾਂ ਦੀ ਲੜਾਈ, ਆਪਸ ਦੀ ਲੜਾਈ ਜਿਹੜੀ ਹੈ, ਉਹਦਾ ਨਤੀਜਾ ਹੈ ਕਿ ਜੋ ਉੱਥੇ ਰਾਜਸਥਾਨ 'ਚ ਹੋ ਰਿਹਾ। ਇਸ ਕਰਕੇ ਅਸੀਂ ਤਾਂ ਇਸ ਪਿਕਚਰ 'ਚ ਬਿਲਕੁਲ ਨਹੀਂ, ਨਾ ਸਾਡਾ ਕੋਈ ਰੋਲ ਹੈ। ਪਰ ਕਿਹਾ ਇਹ ਵੀ ਜਾ ਰਿਹਾ ਕਿ ਉਹ ਕਮਜ਼ੋਰ ਕੜੀ ਜਿਹੜੀ ਹੈਗੀ ਆ ਉਹ ਬੀਜੇਪੀ ਨੇ ਲੱਭੀ, ਬੀਜੇਪੀ ਨੇ ਹੀ ਉਹ ਕਮਜ਼ੋਰ ਕੜੀ ਖਿੱਚ ਲਈ, ਨਾ ਤੇ ਡਿਪਟੀ ਸੀਐਮ ਬਣੇ, ਨਾ ਘਰ ਦੇ ਰਹੇ, ਨਾ ਦੂਸਰੇ ਧੜੇ ਦੇ ਰਹੇ। ਇਹ ਤਾਂ ਉਹਨਾਂ ਨੂੰ ਵਿਚਾਰ ਕਰਨਾ ਚਾਹੀਦਾ ਸੀ ਸਟੈਪ ਲੈਣ ਤੋਂ ਪਹਿਲਾਂ ਉਹਨਾਂ ਨੇ ਕੀ ਕਰਨਾ, ਲੇਕਿਨ ਬੀਜੇਪੀ ਦਾ ਇਹ 'ਚ ਕੋਈ ਹੱਥ ਨਹੀਂ ਹੈ। ਹੁਣ ਵਿਧਾਨ ਸਭਾ ਦਾ ਸੈਸ਼ਨ ਬੁਲਾ ਲਿਆ ਗਿਆ ਉੱਥੇ, ਡੈਫੀਨਿਟਲੀ ਉਹ ਆਪਣਾ ਜੋ ਰਾਈਟ ਹੈ ਉਹਨਾਂ ਦਾ ਲੀਗਲ ਕਨਸਟੀਟਿਊਸ਼ਨ ਰਾਈਟ ਹੈ, ਉੱਚ ਤੁਹਾਨੂੰ ਲੱਗਦਾ ਕਿ ਸੰਭਲ ਗਿਆ, ਕ੍ਰਾਈਸਿਸ ਚੋਂ ਨਿਕਲ ਗਈ ਕਾਂਗਰਸ? ਮੈਂ ਕੁਝ ਨਹੀਂ ਕਹਿ ਸਕਦਾ ਜਦ ਤੱਕ ਇਹਦਾ ਰਿਜ਼ਲਟ ਨਹੀਂ ਆ ਜਾਂਦਾ, ਉਸ ਤੋਂ ਪਹਿਲਾਂ ਪ੍ਰੈਡਿਕਸ਼ਨ ਕਰਨੀ ਬਹੁਤ ਮੁਸ਼ਕਲ ਹੈ। ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਰਾਜਸਥਾਨ ਸਰਕਾਰ, ਗਹਿਲੋਤ ਜੀ ਦੀ ਸਰਕਾਰ, ਇਹ ਬਿਲਕੁਲ ਟੋਟਲ ਉੱਥੇ ਫੇਲਿਅਰ ਹੈ। ਕਰੋਨਾ ਦੇ ਦੌਰਾਨ ਵੀ ਫੇਲਿਅਰ ਰਹੀ ਤੇ ਵਿਕਾਸ ਦੇ ਸਾਰੇ ਕੰਮ ਉੱਥੇ ਰੁਕੇ ਹੋਏ ਨੇ। ਜਿਹੜੇ ਲੋਕਾਂ ਨੂੰ ਰਾਹਤ ਸੀਗੀ ਸਾਡੀਆਂ ਸਰਕਾਰਾਂ ਨੇ ਦਿੱਤੀ ਹੋਈ, ਪਹਿਲੀ ਸਰਕਾਰ ਨੇ, ਉਹ ਸਾਰੀਆਂ ਬੰਦ ਕਰਤੀਆਂ, ਵਿਕਾਸ ਸਾਰਾ ਬੰਦ ਕਰਤਾ। ਜਨਤਾ ਬਹੁਤ ਦੁਖੀ ਹੈ। ਲੇਕਿਨ ਇਹਨਾਂ ਨੇ ਆ ਨਵਾਂ ਇੱਕ ਰਚ ਕੇ ਡਰਾਮਾ, ਉਹਦੇ ਨਾਲ ਇੱਕ ਹੋਰ ਜਨਤਾ ਨੂੰ ਮੈਂ ਸਮਝਦਾ ਕਿ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਧੋਖਾ ਦੇਣ ਦੀ ਇੱਕ ਦੋ ਮੁੱਦੇ ਨੇ ਆਖਰੀ ਜਿਹੜੇ ਤੁਹਾਡੇ ਚੁੱਕੇ ਹੋਏ ਮੁੱਦੇ ਹੈਗੇ ਆ। ਇੱਕ, ਸੜਕਾਂ ਦੇ ਉੱਤੇ ਜਿਹੜੇ ਅਵਾਰਾ ਪਸ਼ੂ ਘੁੰਮਦੇ ਨੇ, ਬਹੁਤ ਸਾਰੇ ਹਾਦਸਿਆਂ ਦਾ ਕਾਰਨ ਬਣਦਾ, ਗਊ ਸੈਸ ਲਿਆ ਜਾਂਦਾ, ਪਰ ਉਹਦੇ ਬਾਵਜੂਦ ਵੀ ਸਥਿਤੀ ਉੱਥੇ ਦੀ ਉੱਥੇ ਹੈਗੀ ਹੈ। ਕਈ ਸਾਲਾਂ ਤੋਂ ਲੋਕ ਜਿਹੜਾ ਹੈਗਾ ਗਊ ਸੈਸ ਭਰ ਰਹੇ ਆ, ਸ਼ਰਾਬ ਦੇ ਉੱਤੇ ਵੀ ਗਊ ਸੈਸ ਲੱਗਦਾ ਔਰ ਦੂਸਰੀਆਂ ਕੁਝ ਚੀਜ਼ਾਂ ਦੇ ਉੱਤੇ ਵੀ ਲੱਗਦਾ। ਬੀਜੇਪੀ ਨੂੰ ਲੈ ਕੇ ਖਾਸ ਤੌਰ ਤੇ ਹੈ ਕਿ ਬੀਜੇਪੀ ਇਸ ਆਈਡੀਓਲੋਜੀ ਦੇ ਵਿੱਚ ਯਕੀਨ ਰੱਖਦੀ ਹੈ ਕਿ ਗਊ ਨੂੰ ਮਾਤਾ ਦਾ ਦਰਜਾ ਹੈਗਾ ਔਰ ਉਹਨੂੰ ਸਨਮਾਨ ਉਸੇ ਤਰ੍ਹਾਂ ਦਾ ਮਿਲਣਾ ਚਾਹੀਦਾ। ਗਊ ਰਕਸ਼ਕਾਂ ਨੂੰ ਲੈ ਕੇ ਕਈ ਸਾਰੇ ਇਨਸੀਡੈਂਟ ਹੋ ਚੁੱਕੇ ਨੇ, ਪਰ ਹੁਣ ਜਦੋਂ ਇਸ ਤਰ੍ਹਾਂ ਦੇ ਨਾਲ ਗਊ ਸੈਸ ਅਕਾਲੀ ਬੀਜੇਪੀ ਸਰਕਾਰ ਦੇ ਸਮੇਂ ਸ਼ੁਰੂ ਹੋਇਆ ਸੀ ਪੰਜਾਬ ਦੇ ਵਿੱਚ, ਪਰ ਹੁਣ ਅੱਜ ਦੇ ਦਿਨ ਵੀ ਸਿਚੁਏਸ਼ਨ ਉੱਥੇ ਹੈਗੀ ਆ, ਗਊਸ਼ਾਲਾਵਾਂ ਬਣੀਆਂ ਨਹੀਂ ਹੋਈਆਂ, ਅਵਾਰਾ ਪਸ਼ੂ ਸੜਕਾਂ ਦੇ ਉੱਤੇ, ਈਵਨ ਹਾਈਵੇਜ਼ ਦੇ ਉੱਤੇ ਵੀ ਹੈਗੇ। ਤੁਸੀਂ ਸੜਕ ਤੇ ਹਾਈਵੇ ਤੇ ਜਾਓਗੇ ਤੁਹਾਨੂੰ ਪਸ਼ੂ ਵੀ ਮਿਲ ਜਾਣਗੇ ਔਰ ਉਹਨਾਂ ਦੀ ਵਜ੍ਹਾ ਨਾਲ ਐਕਸੀਡੈਂਟ ਹੋਈਆਂ ਗੱਡੀਆਂ ਵੀ ਮਿਲ ਜਾਣਗੀਆਂ। ਕਿਉਂ ਇਸ ਚੀਜ਼ ਨੂੰ ਕੰਟਰੋਲ ਨਹੀਂ ਕੀਤਾ ਜਾ ਰਿਹਾ? ਜਦੋਂ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਸਰਕਾਰ ਸੀ, ਉਸ ਵੇਲੇ ਅਸੀਂ ਇੱਕ ਗਊ ਕਮਿਸ਼ਨ ਬਣਾਇਆ ਸੀ। ਉਹਨੇ ਬਹੁਤ ਅੱਛਾ ਕੰਮ ਕੀਤਾ। ਬਾਰ-ਬਾਰ ਇਹਨਾਂ ਸਮੱਸਿਆਵਾਂ ਨੂੰ ਸਰਕਾਰ ਕੋਲ ਲਿਜਾ ਕੇ ਪਹਿਲਾਂ ਸਾਰੇ ਜ਼ਿਲ੍ਹਿਆਂ 'ਚ ਇੱਕ ਕੈਟਲ ਪੌਂਡ ਬਣਾਉਣ ਦੇ ਲਈ, ਜਿਸ 'ਚ ਪਿੰਡਾਂ ਨੇ ਇਕੱਠੇ ਹੋ ਕੇ 20 ਤੋਂ 25 ਏਕੜ ਜ਼ਮੀਨ ਜਿਹੜੀ ਸੀ ਉਸ ਕਾਓ ਪੋਰਟਲ ਨੂੰ ਪੌਂਡ ਨੂੰ ਦਿੱਤੀ। 1 ਲੱਖ ਦੇ ਕਰੀਬ ਇਹ ਸਟਰੇ ਐਨੀਮਲਸ ਦਾ, ਕੈਟਲਸ ਦਾ ਵਿਸ਼ੇ ਹੈ। ਦੋ ਚੀਜ਼ਾਂ ਦਾ ਨੁਕਸਾਨ ਹੋ ਰਿਹਾ, ਇੱਕ ਤਾਂ ਸੜਕਾਂ ਦੇ ਉੱਤੇ ਐਕਸੀਡੈਂਟ, ਬਿਲਕੁਲ, ਦੂਜਾ ਫਸਲਾਂ ਦਾ ਜਿਹੜਾ ਹੈ ਨੁਕਸਾਨ। ਕਿਸਾਨ ਵੀ ਇਸ ਗੱਲ ਕਰਕੇ ਦੁਖੀ ਹੈ ਔਰ ਲੋਕ ਜਿਹੜੇ ਸੜਕਾਂ 'ਤੇ ਜਾਂਦੇ ਨੇ, ਜਦੋਂ ਅਨਸੁਖਾਵੀ ਕੋਈ ਘਟਨਾ ਹੋ ਜਾਂਦੀ ਹੈ ਉਹਦੇ ਕਾਰਨ ਮੌਤਾਂ ਵੀ ਹੁੰਦੀਆਂ ਨੇ ਤੇ ਪਸ਼ੂ ਧਨ ਨੂੰ ਵੀ ਨੁਕਸਾਨ ਹੁੰਦਾ। ਉਸੇ ਲਈ ਇੱਕ ਪਾਲਿਸੀ ਬਣਾਈ ਸੀ ਕਿ ਇਹ ਜਿਹੜੇ ਕੈਟਲ ਪੌਂਡ ਨੇ, ਇਹ 25 ਏਕੜ ਦੇ, ਇਹਨਾਂ ਵਿੱਚ ਡਿਸਟ੍ਰਿਕਟ ਵਾਈਜ਼ ਕੈਟਲ ਜਿਹੜੇ ਨੇ ਉਹ ਰੱਖੇ ਜਾਣਗੇ ਔਰ ਉਹਨਾਂ ਦੀ ਫੀਡਿੰਗ ਵਾਸਤੇ, ਉਹਨਾਂ ਨੂੰ ਚਲਾਉਣ ਵਾਸਤੇ ਕਾਓ ਸੈਸ 9 ਆਈਟਮਸ ਤੇ ਲਗਾਇਆ ਗਿਆ ਸੀ। ਸਾਡੀ ਸਰਕਾਰ ਵੇਲੇ ਕਾਓ ਸੈਸ ਜਿਹੜਾ ਸੀ ਉਹ ਦਿੱਤਾ ਜਾ ਰਿਹਾ ਸੀ ਔਰ ਨਾਲ ਜਿੰਨੀਆਂ ਵੀ 472 ਗਊਸ਼ਾਲਾਵਾਂ ਨੇ ਪੰਜਾਬ ਦੇ ਵਿੱਚ, ਉਹਨਾਂ ਦਾ ਬਿਜਲੀ ਜਿਹੜੀ ਸੀ ਉਹ ਬਿਲਕੁਲ ਮੁਫਤ ਸੀ। ਉਹਦੇ ਨਾਲ ਗਊਸ਼ਾਲਾਵਾਂ ਤੇ ਵਰਡਨ ਘੱਟ ਸੀ। ਇਸ ਸਰਕਾਰ ਨੇ ਸਭ ਤੋਂ ਪਹਿਲਾਂ ਕੰਮ ਕੀਤਾ ਕਿ ਉਹ ਬਿਜਲੀ ਜਿਹੜੀ ਸੀ
ਉਹ ਕੱਟਣੀ ਸ਼ੁਰੂ ਕਰਤੀ। ਐਜੀਟੇਸ਼ਨ ਹੋਈ, ਐਜੀਟੇਸ਼ਨ ਤੋਂ ਬਾਅਦ ਉਹ ਰਿਸਟੋਰ ਹੋਇਆ, ਲੇਕਿਨ ਕਾਓ ਸੈਸ ਹਜੇ ਤੱਕ ਵੀ ਜਿਹੜਾ ਹੈ ਉਹ ਨਹੀਂ ਦਿੱਤਾ ਗਿਆ। ਮੈਂ ਇੱਕ ਆਰਟੀਆਈ ਪਾਈ ਹੈ ਕਿ ਦੱਸਿਆ ਜਾਵੇ ਕਿ ਕਿੰਨਾ ਕਾਓ ਸੈਸ ਇਕੱਠਾ ਹੋਇਆ ਤੇ ਕਿੰਨਾ ਵੰਡਿਆ। ਹਲੇ ਤੱਕ ਉਸ ਦਾ ਜਵਾਬ ਨਹੀਂ ਆਇਆ। ਲੇਕਿਨ ਮੇਰੀ ਇੱਕ ਰਿਕੁਐਸਟ ਹੈ ਕਿ ਜੋ ਸਾਡੀ ਸਰਕਾਰ ਨੇ ਪਾਲਿਸੀ ਬਣਾਈ ਸੀ, ਪਹਿਲੀ ਪਾਲਿਸੀ ਕਿ ਇੱਕ ਡਿਪਟੀ ਕਮਿਸ਼ਨਰ ਦੇ ਨੀਚੇ ਸਾਰੇ ਮਹਿਕਮਿਆਂ ਨੂੰ ਇਕੱਠਾ ਕਰਕੇ, ਚਾਹੇ ਉਹ ਪੁਲਿਸ ਸੀ, ਚਾਹੇ ਡੀਐਫਓ ਸੀ, ਚਾਹੇ ਡੀਡੀਪੀਓ ਸੀ, ਚਾਹੇ ਬੀਡੀਪੀਓ ਸੀ, ਐਸਡੀਐਮ ਸੀਗੇ ਔਰ ਡੀਐਫਓ ਸੀ, ਫਿਰ 10 ਪਬਲਿਕ ਦੇ ਨੁਮਾਇੰਦੇ, ਉਹ ਕਮੇਟੀ ਦਾ ਗਠਨ ਕੀਤਾ ਸੀ ਤਾਂ ਕਿ ਜਿਹੜੇ ਕਾਓ ਪੌਂਡ ਨੇ ਉਹਨਾਂ ਤੇ ਉੱਤੇ ਇਹਨਾਂ ਕਾਉਜ਼ ਨੂੰ ਕੈਟਲ ਪੌਂਡ ਨੇ ਉਹਨਾਂ ਤੇ ਉਹਨਾਂ ਨੂੰ ਇਕੱਠਾ ਕੀਤਾ ਜਾਵੇ ਔਰ ਕਾਓ ਸੈਸ ਦੇ ਨਾਲ ਉਹ ਚਲਾਈਆਂ ਜਾਣ। ਲੇਕਿਨ ਅਫਸੋਸ ਦੀ ਗੱਲ ਹੈ ਹਜੇ ਤੱਕ ਵੀ ਉਹ ਐਗਜ਼ੀਕਿਊਟ ਨਹੀਂ ਹੋਇਆ। ਨਾ ਮੀਟਿੰਗਾਂ ਹੋ ਰਹੀਆਂ ਨੇ, ਨਾ ਉਹਨਾਂ ਪੌਂਡਸ ਦੀ ਰੱਖ ਰਖਾਵ ਕੀਤੀ ਜਾ ਰਹੀ ਹੈ। ਦੂਸਰੀ ਗੱਲ, ਜਦੋਂ ਇਹ ਮੀਟਿੰਗਾਂ ਹੋਣਗੀਆਂ ਤਾਂ ਉਹਦੇ ਨਾਲ ਜਿਹੜੇ 10 ਨੁਮਾਇੰਦੇ ਬਾਕੀ ਵੀ ਪਾਣੇ ਆ, ਉਹ ਆਪ ਪਬਲਿਕ ਇਨਵੋਲਵ ਹੋਏਗੀ ਤਾਂ ਇਹ ਤਾਂ ਕੈਟਲ ਪਾਉਣ ਦਾ ਕੰਮ ਅੱਛੀ ਤਰ੍ਹਾਂ ਚੱਲੇਗਾ। ਨਾਲ ਕਾਉਸ ਦੇ ਉੱਤੇ ਕ੍ਰੂਅਲਟੀ ਨਾ ਹੋਵੇ ਉਹਦੇ ਵਾਸਤੇ ਇੱਕ ਕਾਓ ਪ੍ਰੋਟੈਕਸ਼ਨ ਸੈੱਲ ਜਿਹਦਾ ਹੈਡ ਐਸਪੀ ਹੋਏਗਾ ਜ਼ਿਲ੍ਹੇ 'ਚ ਔਰ ਨਾਲ ਡੀਐਸਪੀ ਉਹਨੂੰ ਕਰੇਗੇ, ਉਹ ਵੀ ਹਜੇ ਤੱਕ ਕਿਤੇ ਐਕਟੀਵੇਟ ਨਹੀਂ ਹੋਇਆ। ਤਾਂ ਮੇਰੀ ਤੁਹਾਡੇ ਰਾਹੀਂ ਸਰਕਾਰ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਜਿਹੜੇ ਕਾਨੂੰਨ ਅਕਾਲੀ ਦਲ ਬੀਜੇਪੀ ਸਰਕਾਰ ਨੇ ਬਣਾਏ ਆ ਉਹਨਾਂ ਨੂੰ ਇੰਪਲੀਮੈਂਟ ਕਰਦੇ ਹੋਏ ਸਾਰਾ ਪਸ਼ੂ ਧਨ ਜਿਹੜਾ ਹੈ ਉਹ ਇਹਨਾਂ ਕੈਟਲ ਪੌਂਡ ਦੇ ਵਿੱਚ ਲੈ ਕੇ ਜਾਣ ਔਰ ਜਿਹੜਾ ਕਾਓ ਸੈਸ ਹੈ ਉਹਦੇ ਨਾਲ ਇੱਕ ਕੈਟਲ ਪੌਂਡ ਜਿਹੜੇ ਹੈ ਉਹ ਚੱਲ ਸਕਦੇ ਨੇ। ਤਾਂ ਅਸੀਂ ਜਿਹੜੇ ਐਕਸੀਡੈਂਟ ਹੋ ਰਹੇ ਨੇ, ਪਸ਼ੂ ਮਰ ਰਹੇ ਨੇ ਔਰ ਲੋਕਾਂ ਦੀਆਂ ਫਸਲਾਂ ਖਰਾਬ ਹੋ ਰਹੀਆਂ, ਉਹਨਾਂ ਨੂੰ ਅਸੀਂ ਬਚਾ ਸਕਦੇ ਹਾਂ। ਆਖਰੀ ਸਵਾਲ ਬਹੁਤ ਥੋੜੇ ਸ਼ਬਦਾਂ ਦੇ ਵਿੱਚ, ਜਿਹੜੀਆਂ ਪ੍ਰਾਪਰਟੀਆਂ ਹੈਗੀਆਂ ਥਾਣੇ ਦੇ ਵਿੱਚ ਜ਼ਬਤ ਹੈਗੀਆਂ, ਕਿਹੜੀ ਪ੍ਰਾਪਰਟੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਜ਼ਮੀਨਾਂ, ਉਹਨੂੰ ਲੈ ਕੇ ਵੀ ਤੁਸੀਂ ਮੁੱਦਾ ਚੁੱਕਿਆ ਸੀ, ਕਿੰਨੀਆਂ ਪ੍ਰਾਪਰਟੀਆਂ ਹੈਗੀਆਂ ਨੇ ਔਰ ਤੁਸੀਂ ਉਹਦਾ ਸੋਲੂਸ਼ਨ ਕੀ ਦੇਖ ਰਹੇ ਹੋ? ਕਿੰਨੀਆਂ ਪ੍ਰਾਪਰਟੀਆਂ ਹੈ ਇਹਦਾ ਜ਼ਿਕਰ ਤਾਂ ਮੈਂ ਤੁਹਾਨੂੰ ਨਹੀਂ ਕਰ ਸਕਦਾ ਕਿਉਂਕਿ ਇਹ ਸਰਕਾਰ ਨੂੰ ਪਤਾ ਹੋਏਗਾ। ਲੇਕਿਨ ਮੈਂ ਚਾਹੂੰਗਾ ਕਿ ਜਦੋਂ ਤੁਸੀਂ ਇਹ ਟੈਲੀਕਾਸਟ ਕਰੋ ਤਾਂ ਘੱਟ ਤੋਂ ਘੱਟ 4-5 ਥਾਣਿਆਂ 'ਚ ਜਾ ਕੇ ਉਹਨਾਂ ਦੇ ਵਿਊਜ਼ ਜ਼ਰੂਰ ਲੈ ਲਈਓ। ਤੁਹਾਨੂੰ ਪਤਾ ਲੱਗ ਜਾਏਗਾ ਸਾਈਕਲ ਤੋਂ ਲੈ ਕੇ ਟਰੱਕ ਤੱਕ ਕਿੰਨਾ ਸਮਾਨ ਉੱਥੇ ਪਿਆ। ਇਹ ਨੈਸ਼ਨਲ ਲਾਸ ਹੈ। ਇੱਕ ਆਨਰੇਬਲ ਸੁਪਰੀਮ ਕੋਰਟ ਨੇ ਇੱਕ ਆਰਡਰ ਪਾਸ ਕੀਤਾ ਸੀ ਕਿ ਜਿਹੜਾ ਸੀਆਰਪੀਸੀ ਦਾ ਸੈਕਸ਼ਨ 451 457 ਹੈ ਉਹਦੇ ਮੁਤਾਬਕ ਇਹਨਾਂ ਦਾ ਡਿਸਪੋਜ਼ਲ ਜਿਹੜੀ ਹੈ ਉਹ ਕੀਤੀ ਜਾਵੇ। ਮੈਂ ਉਸ ਆਰਡਰ ਤੋਂ ਬਾਅਦ ਪਾਰਲੀਮੈਂਟ ਦੀ ਕੁਐਸਚਨ ਰੇਜ਼ ਕੀਤਾ। ਉਸ ਕੁਐਸਚਨ ਦੇ ਵਿੱਚ ਇਹ ਦੱਸਿਆ ਗਿਆ ਕਿ ਟਾਈਮ ਟੂ ਟਾਈਮ ਸੈਂਟਰ ਗਵਰਨਮੈਂਟ ਸਟੇਟ ਨੂੰ ਜਿਹੜਾ ਹੈ ਉਹ ਇਨਸਟਰਕਸ਼ਨਸ ਇਸ਼ੂ ਕਰਦੀਆਂ ਰਹਿੰਦੀਆਂ ਨੇ। ਮੈਂ ਉਸ ਤੋਂ ਬਾਅਦ ਸਾਰੇ ਸੀਐਮਸ ਨੂੰ ਇੱਕ ਚਿੱਠੀ ਲਿਖੀ, ਇੱਕ ਆਰਟੀਕਲ ਵੀ ਲਿਖਿਆ ਕਿ ਇਹਨਾਂ ਦਾ ਪ੍ਰੋਪਰ ਯੂਟਿਲਾਈਜੇਸ਼ਨ ਜਿਹੜਾ ਹੈ ਉਹ ਕੀਤਾ ਜਾ ਸਕੇ। ਇਹ ਨੈਸ਼ਨਲ ਲਾਸ ਹੈ ਔਰ ਦੂਸਰਾ ਪੋਲੂਸ਼ਨ ਜਿਹੜਾ ਹੈ ਉਹ ਪੈਦਾ ਹੁੰਦਾ, ਤੀਸਰਾ ਅਨਨੈਸੈਸਰੀ ਜਿਹੜਾ ਥਾਣੇ ਦਾ ਸਪੇਸ ਹੈ ਉਹ ਰੁਕਿਆ ਹੋਇਆ, ਉਹ ਜਿਹੜੀਆਂ ਪ੍ਰਾਪਰਟੀਆਂ ਨੇ ਉਹ ਸੜਕ ਤੇ ਆਣ, ਜਿਨ੍ਹਾਂ ਦੀਆਂ ਹੈਗੀਆਂ ਉਹਨੂੰ ਵਾਪਸ ਕੀਤੀਆਂ ਜਾਣ। ਔਰ ਹੁਣ ਫਿਰ ਮੈਂ ਇੱਕ ਚਿੱਠੀ ਜਿਹੜੀ ਹੈ ਉਹ ਸਰਕਾਰ ਨੂੰ ਲਿਖੀ ਹੈ ਕਿ ਕਿਰਪਾ ਕਰਕੇ ਤੁਸੀਂ ਇਹਨਾਂ ਸਾਰੀਆਂ ਪ੍ਰਾਪਰਟੀਆਂ ਨੂੰ ਲੌਫੁਲੀ ਡਿਸਪੋਜ਼ ਆਫ ਕਰਕੇ, ਚਾਹੇ ਇਹਨੂੰ ਤੁਸੀਂ ਪੁਲਿਸ ਵੈਲਫੇਅਰ ਫੰਡ ਚ ਲਾਓ, ਚਾਹੇ ਜਿਹੜੇ ਲੋਕ ਥਾਣੇ ਜਾਂਦੇ ਉਹਨਾਂ ਦੇ ਵੈਲਫੇਅਰ ਵਾਸਤੇ ਲਾਓ ਔਰ ਇਸ ਨੈਸ਼ਨਲ ਲਾਸ ਨੂੰ ਔਰ ਇਸ ਨੂੰ ਪੋਲੂਸ਼ਨ ਨੂੰ ਅਸੀਂ ਬਚਾ ਸਕਦੇ ਹਾਂ। ਔਰ ਥਾਣੇ 'ਚ ਨੈਗੇਟਿਵਿਟੀ ਕਿੰਨੀ ਹੈ, ਕੋਈ ਐਕਸੀਡੈਂਟ ਗੱਡੀ ਪਈ ਹੈ, ਜਦੋਂ ਤੁਸੀਂ ਜਾਂਦੇ ਹੋ ਥਾਣੇ ਦੇ ਵਿੱਚ ਤਾਂ ਮੋਹਰੇ ਤੁਹਾਨੂੰ ਕਵਾੜ ਮਿਲਦਾ ਹੈ, ਉਹਨਾਂ ਦੀ ਬਿਊਟੀ ਥਾਣਿਆਂ ਦੀ ਖਤਮ ਹੋ ਰਹੀ ਹੈ, ਉਹਨਾਂ ਦਾ ਜਿਹੜਾ ਵਾਤਾਵਰਨ ਹੈ ਉਹ ਦੂਸ਼ਿਤ ਹੋ ਰਿਹਾ। ਤੋ ਇਸ ਕਰਕੇ ਇਹ ਕੇਸ ਪ੍ਰਾਪਰਟੀਆਂ ਦਾ ਡਿਸਪੋਜ਼ਲ ਜਿਹੜੀ ਹੈ ਉਹ ਵੀ ਕੱਲੇ ਪੰਜਾਬ ਦੀ ਗੱਲ ਨਹੀਂ, ਸਾਰੇ ਹਿੰਦੁਸਤਾਨ ਦੇ ਵਿੱਚ ਇਹ ਹਾਲ ਹੈ। ਮੈਂ ਸਾਰੇ ਹਿੰਦੁਸਤਾਨ ਦੇ ਸੀਐਮਸ ਨੂੰ ਚਿੱਠੀਆਂ ਲਿਖੀਆਂ ਔਰ ਅਗਲਾ ਜਿਹੜਾ ਸਟੈਪ ਹੈ ਉਹ ਮੈਂ ਆਰਟੀਆਈ ਪਾ ਕੇ ਜਿਹੜੀ ਤੁਸੀਂ ਇਨਫੋਰਮੇਸ਼ਨ ਮੰਗੀ ਹੈ ਕਿ ਕਿੰਨੀ ਪ੍ਰਾਪਰਟੀ ਹੈ, ਕਿੰਨੀ ਵੈਲਿਊ ਹੈ, ਉਹ ਵੀ ਮੈਂ ਮੰਗਣ ਵਾਲਾ। ਔਰ ਉਸ ਤੋਂ ਬਾਅਦ ਅਗਰ ਸਰਕਾਰ ਫੇਰ ਨਾ ਜਾਗੀ ਤਾਂ ਕੋਈ ਲੀਗਲ ਐਕਸ਼ਨ ਜਿਹੜਾ ਹੈ ਉਹਦੇ ਲਈ ਵਿਚਾਰ ਕੀਤਾ ਜਾ ਸਕਦਾ ਹੈ। ਸੋ ਇਹ ਸਨ ਖੰਨਾ ਸਾਹਿਬ, ਬਹੁਤ ਬਹੁਤ ਧੰਨਵਾਦ। ਇਹ ਸਨ ਅਵਿਨਾਸ਼ ਰਾਏ ਖੰਨਾ, ਜਿਨ੍ਹਾਂ ਨੇ ਦੋ ਵੱਡੀਆਂ ਗੱਲਾਂ ਕਹੀਆਂ ਨੇ। ਇੱਕ ਤੇ ਉਹ ਕਹਿ ਰਹੇ ਨੇ ਕਿ ਕਿਸਾਨਾਂ ਨੂੰ ਜਿਹੜੀ ਪ੍ਰੋਟੈਸਟ ਕਰ ਰਹੇ ਨੇ ਕਿ ਐਮਐਸਪੀ ਨਹੀਂ ਜਾਏਗੀ, ਫਸਲਾਂ ਐਮਐਸਪੀ ਦੇ ਅਕੋਰਡਿੰਗ ਹੀ ਜਿਹੜੀਆਂ ਖਰੀਦੀਆਂ ਜਾਣਗੀਆਂ। ਔਰ ਦੂਸਰੀ ਗੱਲ, ਅਕਾਲੀ ਬੀਜੇਪੀ ਅਲਾਈਅੰਸ ਨੂੰ ਲੈ ਕੇ ਉਹ ਫਿਲਹਾਲ ਦਾਅਵਾ ਕਰ ਰਹੇ ਨੇ, ਹਾਲਾਂਕਿ ਹਰਿਆਣਾ ਦੇ ਵਿੱਚ ਚੋਣਾਂ ਦੌਰਾਨ ਸਿਚੁਏਸ਼ਨ ਜੋ ਵੀ ਰਹੀ ਹੋਵੇ, ਪਰ ਉਹ ਪੰਜਾਬ ਵਿੱਚ 2022 ਨੂੰ ਲੈ ਕੇ ਅਜੇ ਵੀ ਦਾਅਵਾ ਕਰ ਰਹੇ ਨੇ ਕਿ ਅਕਾਲੀ ਬੀਜੇਪੀ ਦਾ ਅਲਾਈਅੰਸ ਜਿਹੜਾ ਹੈਗਾ ਉਹ ਬਰਕਰਾਰ ਰਹੇਗਾ। ਚੋਣਾਂ 2022 ਦੀਆਂ ਅਕਾਲੀ ਦਲ ਔਰ ਬੀਜੇਪੀ ਇਕੱਠਿਆਂ ਲੜਨਗੇ। ਦੈਨਿਕ ਸਵੇਰਾ ਦੇ ਨਾਲ ਵਧੇਰੀ ਜਾਣਕਾਰੀ ਦੇ ਲਈ ਜੁੜੇ ਰਹੋ। ਫਿਲਹਾਲ ਦੇ ਲਈ ਬਹੁਤ ਬਹੁਤ ਸ਼ੁਕਰੀਆ।
ਬਹੁਤ ਬਹੁਤ ਧੰਨਵਾਦ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648। ਸਿਆਸਤ, ਵਪਾਰ, ਧਰਮ ਅਤੇ ਫਿਲਮ ਜਗਤ ਦੇ ਨਾਲ ਹੁਣ ਕੈਨੇਡਾ ਤੇ ਅਮਰੀਕਾ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ।